ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹਿਓ ਬਹੁਤ ਸਤਿਗੁਰ ਪ੍ਰਭੂ ਜਨਨੀ ਆਦ ਜੇ ਸਿੱਖ ਨਹਿ ਮਨ ਲਿਆਵਤ ਸਾਚ ਕੋ ਹੋਏ ਜੋ ਬਾਤ ਭਵਿੱਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵਡਭਾਗੀ ਹੋ ਕੇ ਨਿਤਾ ਪ੍ਰਤੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਇਆਨੰਦ ਸੁਆਮੀ ਜੀ ਦੀ ਪਾਵਨ ਇਤਿਹਾਸ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਪਹਾੜੀ ਰਾਜੇ ਤੇ ਤੁਰਕਾਂ ਦੀਆਂ ਫੌਜਾਂ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਨੂੰ ਘੇਰਾ ਪਾ ਕੇ ਪਿਛਲੇ 7 ਮਹੀਨਿਆਂ ਤੋਂ ਬੈਠੇ ਨੇ। ਅੰਦਰ ਸਿੰਘ ਵੀ ਵਿਆਕੁਲ ਨੇ ਭੁੱਖ ਨਾਲ। ਦਰਖਤਾਂ ਦੀਆਂ ਛਿੱਲਾਂ ਤੇ ਪੱਤੇ ਧੂ ਕੇ ਸਿੰਘ ਖਾ ਚੁੱਕੇ ਨੇ। ਕੁਝ ਦਰਖਤ ਐਸੇ ਵੀ ਨੇ ਜਿਨ੍ਹਾਂ ਦੀਆਂ ਛਿੱਲਾਂ ਖਾਣ ਨਾਲ ਬਿਮਾਰੀਆਂ ਲੱਗ ਸਕਦੀਆਂ, ਗੁਰਦੇਵ ਨੇ ਵਰਜਿਆ। ਪਰ ਬਾਹਰ ਜਿਹੜੀ ਘੇਰੇਬੰਦੀ ਦੇ ਵਿੱਚ ਦੁਸ਼ਮਣਾਂ ਦੀ ਫੌਜ ਹੈ, ਦੁਖੀ ਉਹ ਵੀ ਨੇ। ਪਹਾੜੀ ਰਾਜਿਆਂ ਦੇ ਦੇਸ਼ ਉਜੜ ਰਹੇ ਨੇ, ਫਸਲਾਂ ਤਬਾਹ ਹੋ ਰਹੀਆਂ ਨੇ,
ਖਰਚਾ ਬਹੁਤ ਜ਼ਿਆਦਾ ਉਹਨਾਂ ਦਾ ਲੱਗ ਰਿਹਾ ਹੈ। ਫੌਜਾਂ ਨੂੰ ਤਨਖਾਹਾਂ ਦੇਣੀਆਂ, ਸੂਬੇਦਾਰਾਂ ਦੇ ਢਿੱਡ ਭਰਨੇ, ਤਾਂ ਉਹ ਗੁਰੂ ਸਾਹਿਬ ਨੂੰ ਅੰਦਰ ਖਾਤੇ ਚਿੱਠੀਆਂ ਲਿਖਦੇ ਨੇ। ਪਹਿਲੀਆਂ ਕੁਝ ਚਿੱਠੀਆਂ ਮਹਾਰਾਜ ਜੀ ਦੇ ਕੋਲ ਆਈਆਂ, ਸਤਿਗੁਰਾਂ ਨੇ ਪ੍ਰਗਟ ਨਹੀਂ ਕੀਤੀਆਂ। ਅਖੀਰ ਪੰਮੇ ਵਜ਼ੀਰ ਨੂੰ, ਜੋ ਇਹਨਾਂ ਪਹਾੜੀਆਂ ਦਾ ਵਜ਼ੀਰ ਵੀ ਹੈ ਤੇ ਪੁਰੋਹਿਤ ਵੀ ਹੈ, ਉਹਦੇ ਹੱਥ ਚਿੱਠੀ ਭੇਜੀ। ਜਿਸ ਵੇਲੇ ਉਹ ਚਿੱਠੀ ਲੈ ਕੇ ਆਇਆ ਤੇ ਮਾਤਾ ਜੀ ਵਿੱਚ ਤੇ ਸਿੰਘਾਂ 'ਚ ਵਿਚਾਰ ਚੱਲੀ ਕਿ ਸ੍ਰੀ ਅਨੰਦਪੁਰ ਸਾਹਿਬ ਜੋ ਕਹਿ ਰਹੇ ਨੇ ਤਾਂ ਆਪਾਂ ਨੂੰ ਚਲੇ ਜਾਣਾ ਚਾਹੀਦਾ। ਉਹ ਕਹਿੰਦੇ ਜਿਹੜਾ ਰਸਤਾ ਤੁਸੀਂ ਕਹੋਗੇ ਖਾਲੀ ਕਰ ਦਿਆਂਗੇ, ਤੁਸੀਂ ਆਪਣੇ ਜਾਨ ਮਾਲ ਨੂੰ ਸਭ ਨੂੰ ਲਿਜਾ ਕੇ ਸੁਰੱਖਿਅਤ ਥਾਂ ਤੇ ਜਾ ਸਕਦੇ ਹੋ। ਕੁਝ ਸਮੇਂ ਦੀ ਗੱਲ ਹੈ, ਸੂਬੇਦਾਰ ਇੱਥੋਂ ਉੱਠ ਕੇ ਚਲੇ ਗਏ, ਮੁੜ ਕੇ ਫੇਰ ਆ ਕੇ ਇੱਥੇ ਰਹਿ ਜਾਣਾ। ਗੁਰੂ ਪਾਤਸ਼ਾਹ ਜਾਣਦੇ ਸਨ ਕਿ ਇਹਨਾਂ ਪਹਾੜੀਆਂ ਦੀਆਂ ਕਸਮਾਂ ਕੱਚੀਆਂ ਨੇ। ਸਿੰਘਾਂ ਨੂੰ ਕਿਹਾ, ਸਿੰਘੋ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰੋ। ਜਿਹੜਾ ਬੰਦਾ ਕਸਮ ਖਾਂਦਾ ਹੈ ਉਹਦੇ ਤੇ ਕਦੇ ਯਕੀਨ ਕਰਨਾ ਹੀ ਨਹੀਂ ਚਾਹੀਦਾ, ਕਿਉਂਕਿ ਕਸਮ ਖਾਂਦਾ ਹੀ ਉਹ ਬੰਦਾ ਜਿਹੜਾ ਆਪਣੇ ਕਿਰਦਾਰ ਦਾ ਕੱਚਾ ਹੋਵੇ, ਡਿੱਗਾ ਹੋਵੇ, ਝੂਠਾ ਹੋਵੇ। ਇਹਨਾਂ ਦੀਆਂ ਕਸਮਾਂ ਤੇ ਕੋਈ ਇਤਬਾਰ ਨਾ ਕਰੋ। ਪਰ ਮਾਤਾ ਜੀ ਔਰ ਸਿੰਘ ਸਤਿਗੁਰਾਂ ਨੂੰ ਬਾਰ-ਬਾਰ ਕਹਿ ਰਹੇ ਨੇ। ਤੋ ਉਸ ਵਕਤ ਗਰੀਬ ਨਵਾਜ ਜੀ ਨੇ ਇੱਕ ਚੋਜ ਵਰਤਾਇਆ ਇਹਨਾਂ ਦੀਆਂ ਕਸਮਾਂ ਤੇ ਕਿੰਨੇ ਕੁ ਪੱਕੇ ਨੇ, ਉਹ ਪ੍ਰਤੱਖ ਕੀਤਾ। ਕਿਵੇਂ ਬੇਈਮਾਨ ਲੋਕ ਨੇ ਆਪਣੇ ਮਾਨ ਤੋਂ ਡਿੱਗੇ ਹੋਏ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਕਥਾ ਸਰਵਣ ਕਰੀਏ। ਕਲਗੀਧਰ ਪੰਥ ਦੇ ਵਾਲੀ ਸਤਿਗੁਰੂ, ਚਿੱਟਿਆਂ ਬਾਜਾਂ ਵਾਲੇ ਸਤਿਗੁਰੂ, ਸ਼ਮਸ਼ੇਰੇ ਬਹਾਦਰ ਸਤਿਗੁਰੂ, ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਓ। ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹਿਓ ਬਹੁਤ ਸਤਿਗੁਰ ਪ੍ਰਭੂ, ਜਨਨੀ ਆਦ ਜੇ ਸਿੱਖ। ਸਤਿਗੁਰੂ ਜੀ ਨੂੰ ਜਦੋਂ ਮਾਤਾ ਜੀ ਨੇ ਵੀ ਬਾਰ-ਬਾਰ ਕਿਹਾ, ਬਹੁਤ ਸਾਰੇ ਜਿਹੜੇ ਸਿੰਘ ਸਨ, ਕੁਝ ਗੁਰੂ ਘਰ ਦੇ ਮਸੰਦ ਵੀ ਸੀ, ਆਨੰਦਪੁਰ ਸਾਹਿਬ ਦੇ ਵਾਸੀ ਵੀ ਸੀ, ਉਹ ਬਾਰ-ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਇਹ ਬੇਨਤੀਆਂ ਕਰਕੇ ਕਹਿਣ ਲੱਗੇ, ਮਹਾਰਾਜ ਆਪਾਂ ਇਹਨਾਂ ਤੇ ਇਤਬਾਰ ਕਰਕੇ ਆਨੰਦਪੁਰ ਸਾਹਿਬ ਛੱਡ ਕੇ ਚੱਲੀਏ। ਇਹ ਬਾਰ-ਬਾਰ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਬੇਨਤੀ ਕੀਤੀ, ਨਹਿ ਮਨ ਲਿਆਵਤ ਸਾਚ ਕੋ, ਹੋਏ ਜੋ ਬਾਤ ਭਵਿੱਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਸਨ ਕਿ ਜੋ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਕਰਨਾ। ਗੁਰੂ ਪਾਤਸ਼ਾਹ ਜੀ ਤਾਂ ਉਹਨਾਂ ਦੇ ਤਾਂ ਸਾਹਮਣੇ ਆ ਨਾ, ਭਵਿੱਖ ਵੀ ਸਾਹਮਣੇ ਆ, ਪਰ ਸਿੱਖਾਂ ਨੂੰ ਇਸ ਗੱਲ ਦਾ ਹਾਲੇ ਪਤਾ ਨਹੀਂ। ਤੋ ਪਾਤਸ਼ਾਹ ਜੀ ਉਸ ਨੂੰ ਪ੍ਰਗਟ ਕਰਕੇ ਵਿਖਾਣਾ ਚਾਹੁੰਦੇ ਨੇ ਜੋ ਭਵਿੱਖ ਵਿੱਚ ਇਹਨਾਂ ਨੇ ਕਰਨਾ ਹੈ। ਚੌਪਈ ਸ਼੍ਰੀ ਕਲਗੀਧਰ ਤਬ ਹੈ ਵਿਚਾਰਾ। ਕਲਗੀਧਰ ਪਾਤਸ਼ਾਹ ਜੀ ਨੇ ਉਸ ਵਕਤ ਵਿਚਾਰ ਕੀਤੀ, ਇਨਹੋ ਦਿਖਾਵੋ ਕਰ ਪਤਿਆਰਾ। ਕਿ ਇਹਨਾਂ ਨੂੰ ਅਜਮਾ ਕੇ ਵਿਖਾ ਦਿੰਦੇ ਆ ਕਿ ਕਿਵੇਂ ਬੇਈਮਾਨ ਲੋਕ ਨੇ ਪਹਾੜੀਏ ਜਾਏ ਤੁਰਕ। ਉਹ ਅਜਮਾ ਕੇ ਵਿਖਾ ਦਿੰਦੇ ਆ ਕਿ ਕਿੰਨੇ ਕ ਆਪਣੀਆਂ ਕਸਮਾਂ ਤੇ ਪੱਕੇ ਰਹਿਣ ਵਾਲੇ ਹਨ। ਪੰਮਾ ਆਪਣਾ ਹਜ਼ੂਰ ਹਕਾਰਿਓ। ਉਸੇ ਵਕਤ ਸਤਿਗੁਰੂ ਜੀ ਨੇ ਪੰਮੇ ਵਜ਼ੀਰ ਨੂੰ ਆਪਣੀ ਹਜ਼ੂਰੀ ਵਿੱਚ ਸੱਦਿਆ, ਬੁਲਾਇਆ। ਸਭਿਨ ਸੁਨਾਵਤ ਦਿਸੈ ਉਚਾਰਿਓ। ਸਿੰਘ ਵੀ ਬੈਠੇ ਸੀ ਸਤਿਗੁਰਾਂ ਦੇ ਦਰਬਾਰ ਵਿੱਚ, ਜਿਹੜੇ ਬੇਨਤੀਆਂ ਕਰਦੇ ਸੀ ਸਤਿਗੁਰਾਂ ਨੂੰ ਆਨੰਦਪੁਰ ਸਾਹਿਬ ਛੱਡਣ ਲਈ।
ਉਸ ਵਕਤ ਪੰਮੇ ਨੂੰ ਆਪਣੇ ਕੋਲ ਸੱਦ ਕੇ ਸਾਰੇ ਸਿੰਘਾਂ ਨੂੰ ਸੁਣਾਉਂਦਿਆਂ ਹੋਇਆਂ ਮਹਾਰਾਜ ਜੀ ਬੋਲੇ, ਅਵਰੰਗਾ ਅਰਗਿਰ ਪਤ ਸਾਰੇ, ਕਿ ਔਰੰਗਾ ਤੇ ਪਹਾੜੀ ਰਾਜੇ ਸਹਿਤ ਸਮਾਜ ਦੇ ਚਹਿਤ ਨਿਕਾਰੇ। ਜੇ ਉਹ ਚਾਹੁੰਦੇ ਨੇ ਕਿ ਅਸੀਂ ਆਪਣੇ ਸਾਰੇ ਸਮਾਜ ਸਹਿਤ ਸਾਡੇ ਘਰ ਵਿੱਚ ਜੋ ਰਾਜ ਸਾਜ ਹੈ ਉਹਨੂੰ ਆਪਣੇ ਨਾਲ ਲੈ ਕੇ ਅਸੀਂ ਇੱਥੋਂ ਚਲੇ ਜਾਈਏ, ਜੇ ਉਹ ਚਾਹੁੰਦੇ ਨੇ ਸਾਨੂੰ ਇੱਥੋਂ ਕੱਢਣਾ 5000 ਬ੍ਰਿਖਬ ਬਨਜਾਰੇ, ਤਾਂ ਫਿਰ ਏਦਾਂ ਕਰੋ, ਉਹਨਾਂ ਨੂੰ ਕਹੋ ਕਿ 5000 ਬਲਦ ਭੇਜਣ ਸਾਡੇ ਕੋਲ, ਜਿਹੜੇ ਵਣਜਾਰੇ ਢੋਆ ਢਵਾਈ ਦਾ ਕੰਮ ਕਰਨ ਵਾਲੇ ਬਲਦ ਨੇ, ਉਹ ਬਲਦ ਜਿਹੜੇ ਨੇ ਉਹ ਸਾਡੇ ਕੋਲ ਭੇਜ ਦੇਣ। ਭੇਜਦੇ ਹੋ ਹਮ ਕੋਸ਼ ਨਿਕਾਰੇ, ਕਿਉਂਕਿ ਸਾਡੇ ਘਰ ਵਿੱਚ ਜਿੰਨਾ ਰਾਜ ਸਾਜ ਹੈ ਸਮਾਨ ਹੈ ਉਹਨੂੰ ਲੱਦਣ ਲਈ ਘੱਟੋ ਘੱਟ 5000 ਬਲਦ ਚਾਹੀਦਾ, ਤੇ ਉਹਦੇ ਤੇ ਅਸੀਂ ਆਪਣਾ ਸਾਰਾ ਸਮਾਨ ਘਰ ਦਾ ਜਿੰਨਾ ਵੀ ਖਜ਼ਾਨਾ ਜਾਂ ਹੋਰ ਜਿੰਨੀਆਂ ਵਸਤੂਆਂ ਨੇ ਉਹਨਾਂ ਬਲਦਾਂ ਦੇ ਉੱਤੇ ਲੱਦ ਕੇ ਜਾਂ ਗੱਡੇ ਭੇਜ ਦਿਓ, ਉਹਨਾਂ ਤੇ ਲੱਦ ਕੇ ਅਸੀਂ ਪਹਿਲਾਂ ਆਪਣਾ ਸਮਾਜ ਜਿੰਨਾ ਸਾਡਾ ਸਮਾਨ ਹੈ ਸਾਡੇ ਘਰਾਂ ਵਿੱਚ ਉਹ ਕੱਢਣਾ ਚਾਹੁੰਦੇ ਹਾਂ। ਪ੍ਰਥਮ ਹਮਾਰੀ ਦੌਲਤ ਜਾਵੇ, ਪਹਿਲਾਂ ਸਾਡੀ ਜਿੰਨੀ ਦੌਲਤ ਹੈ ਨਾ ਇੱਥੇ, ਜਿੰਨਾ ਇੱਥੇ ਸਾਡੇ ਕੋਲ ਰਾਜ ਸਾਜ ਹੈ, ਪਹਿਲਾਂ ਅਸੀਂ ਉਹ ਭੇਜਣਾ ਚਾਹੁੰਦੇ ਹਾਂ ਬਾਹਰ। ਇਸ ਪਛਾਤੀ ਨਿਕਰ ਸਿਧਾਵੇ, ਜਦੋਂ ਸਾਡਾ ਸਾਰਾ ਖਜ਼ਾਨਾ ਚਲਾ ਜਾਏਗਾ, ਸਾਡੇ ਕੋਲ ਜੋ ਇੱਥੇ ਹੈ ਇਸ ਵਕਤ ਉਹ ਚਲਾ ਜਾਏਗਾ, ਉਸ ਤੋਂ ਬਾਅਦ ਫਿਰ ਅਸੀਂ ਨਿਕਲਾਂਗੇ, ਉਸ ਤੋਂ ਬਾਅਦ ਫਿਰ ਅਸੀਂ ਆਨੰਦਪੁਰ ਸਾਹਿਬ ਜਾਵਾਂਗੇ ਛੱਡ ਕੇ। ਅਪਰ ਸਮਾਜ ਸਾਥ ਹਮ ਰਾਖੈ, ਬਾਕੀ ਹੋਰ ਜਿੰਨਾ ਸਮਾਜ ਹੈ, ਪਰਿਵਾਰ ਹੈ, ਕੁਟੁੰਬ ਹੈ, ਉਹ ਅਸੀਂ ਆਪਣੇ ਨਾਲ ਰੱਖਾਂਗੇ। ਜੰਗਲ ਦੇਸ਼ ਜਾਣੇ ਅਬਿਲਾਖੈ, ਔਰ ਅਸੀਂ ਇੱਥੋਂ ਜੰਗਲ ਦਿਸ਼ਾ ਨੂੰ, ਯਾਨੀ ਕਿ ਜੰਗਲ ਦਾ ਇਲਾਕਾ ਹੈ, ਮਾਲਵੇ ਦੇ ਇਲਾਕੇ ਨੂੰ ਕਹਿੰਦੇ ਸੀ, ਕਿ ਅਸੀਂ ਇੱਥੋਂ ਆਨੰਦਪੁਰ ਸਾਹਿਬ ਤੋਂ ਜੰਗਲ ਦੇਸ਼ ਨੂੰ ਜਾਣਾ ਚਾਹਾਂਗੇ। ਇਮ ਸੁਨ ਪੰਮਾ ਬਾਹਰ ਗਇਓ, ਇਹ ਸੁਣ ਕੇ ਜਿਹੜਾ ਪੰਮਾ ਵਜ਼ੀਰ ਸੀ ਗੁਰੂ ਸਾਹਿਬ ਦੇ ਬਚਨ, ਕਹਿੰਦਾ ਜੀ ਮੈਂ ਇਹ ਜਿਹੜਾ ਤੁਹਾਡਾ ਇਹ ਪ੍ਰਸਤਾਵ ਹੈ ਉਹ ਜਾ ਕੇ ਪਹਾੜੀ ਰਾਜਿਆਂ ਨੂੰ ਤੇ ਸੂਬੇਦਾਰਾਂ ਨੂੰ ਦੱਸਦਾ ਹਾਂ। ਕਿਰਪਤ ਸਾਥ ਕਹਿਤ ਬਿਦ ਭਇਓ, ਉਹ ਪੰਮਾ ਵਜ਼ੀਰ ਉਸੇ ਵਕਤ ਪਹਾੜੀ ਰਾਜਿਆਂ ਕੋਲ ਪਹੁੰਚਿਆ, ਜਾ ਕੇ ਉਹਨਾਂ ਰਾਜਿਆਂ ਨੂੰ ਇਹਨੇ ਸਤਿਗੁਰੂ ਜੀ ਦੇ ਕਹੇ ਬਚਨ ਸੁਣਾਏ। ਸੁਣ ਕੇ ਹਰਖੇ ਸਭ ਹੀ ਮਾਨੀ, ਸੁਣ ਕੇ ਸਾਰੇ ਬੜੇ ਖੁਸ਼ ਹੋਏ, ਔਰ ਇਹ ਗੱਲ ਸਭ ਨੇ ਮੰਨ ਲਈ, ਕਹਿੰਦੇ ਠੀਕ ਹੈ। ਮਨ ਵਿੱਚ ਖੋਟ ਵੀ ਸੀ ਇਹਨਾਂ ਦੇ, ਪਰ ਉਦੋਂ ਪ੍ਰਗਟ ਨਹੀਂ ਕੀਤੀ ਇਹਨਾਂ ਨੇ। ਕਹਿੰਦੇ ਚਲੋ ਗੁਰੂ ਸਾਹਿਬ ਜੀ ਜੇ 5000 ਬਲਦ, ਕਿਉਂਕਿ ਸਮਾਨ ਬੜਾ ਇਹਨਾਂ ਦੇ ਮਨ ਵਿੱਚ ਵੀ ਸੀ, ਇਹ ਨਹੀਂ ਸੀ ਪਤਾ ਗੁਰੂ ਸਾਹਿਬ ਜਿੰਨਾ ਖਜ਼ਾਨਾ ਉਹ ਤਾਂ ਦਰਿਆ ਵਿੱਚ ਪਹਿਲਾਂ ਹੀ ਸਮਾਪਤ ਕਰ ਚੁੱਕੇ ਨੇ। ਤੋ ਇਹ ਕਹਿਣ ਲੱਗੇ ਵੀ ਰਾਜ ਸਮਾਜ ਤਾਂ ਗੁਰੂ ਸਾਹਿਬ ਕੋਲ ਵਾਕਈ ਹੈ, 5000 ਬਲਦ ਤਾਂ ਚਾਹੀਦੇ ਨੇ ਉਹਨਾਂ ਨੂੰ, ਉਹਦੇ ਉੱਤੇ ਉਹ ਲੱਦ ਕੇ ਭੇਜਣਗੇ ਸਾਰਾ ਰਾਜ ਸਾਜ। ਤੋ ਇਹਦੇ ਵਾਸਤੇ ਇਹਨਾਂ ਨੇ ਇਹ ਗੱਲ ਮੰਨ ਲਈ। ਉਮਰਾਵਨ ਪੀਨੀ ਕੇ ਜਾਨੀ, ਜਿਹੜੇ ਉਮਰਾਵ ਸਨ ਇਹਨਾਂ ਦੇ ਅੱਗੇ, ਉਹਨਾਂ ਨੇ ਵੀ ਇਹ ਗੱਲ ਚੰਗੀ ਮੰਨੀ। ਨਿਤ ਕੋ ਰਣ ਮੁਹਿੰਮ ਮਿਟ ਜਾਏ, ਕਹਿੰਦੇ ਰੋਜ਼ ਦਾ ਜਿਹੜਾ ਇਹ ਕਲੇਸ਼ ਹੈ, ਰੋਜ਼ ਦਾ ਜਿਹੜਾ ਜੰਗ ਹੁੰਦਾ ਹੈ, ਇਹ ਮਿਟ ਜਾਵੇਗਾ। ਆਪੋ ਆਪਣੇ ਸਦਨ ਸਿਧਾਏ, ਔਰ ਇਹ ਗੁਰੂ ਜੀ ਇੱਥੋਂ ਚਲੇ ਜਾਣਗੇ ਤੇ ਫਿਰ ਬਾਅਦ ਵਿੱਚ ਅਸੀਂ ਵੀ 7 ਮਹੀਨੇ ਹੋ ਗਏ ਨੇ ਇੱਥੇ ਬੈਠਿਆਂ ਨੂੰ, ਘਰਦਿਆਂ ਦੀ ਕੋਈ ਖਬਰਸਾਰ ਨਹੀਂ ਲਈ, ਤੇ ਵਾਪਸ ਜਾ ਕੇ ਆਪੋ ਆਪਣੇ ਘਰ ਸੰਭਾਲਾਂਗੇ। ਲਸ਼ਕਰ ਬਿਖੈ ਬ੍ਰਿਖਬ ਬਨਜਾਰੇ, ਜਿਹੜੇ ਇਹਨਾਂ ਦੇ ਲਸ਼ਕਰ ਦੇ ਵਿੱਚ ਬਲਦਾਂ ਦੇ ਵਣਜਾਰੇ ਸੀ, ਬਲਦਾਂ ਨੂੰ ਸਾਂਭਣ ਵਾਲੇ, ਕਰੇ ਬਟੋਰਨ ਤਤ ਛਿਨ ਸਾਰੇ, ਉਸੇ ਵਕਤ ਇਹਨਾਂ ਨੇ ਇਕੱਠੇ ਕੀਤੇ ਵਣਜਾਰਿਆਂ ਦੇ ਸਮੇਤ, ਜਿਹੜੇ ਬਲਦਾਂ ਦੀ ਜੋੜੀ ਸੀ ਉਹ ਇਕੱਠੀ ਕੀਤੀ। ਬ੍ਰਿਖਬ ਗੋਨ ਜੁਤ 5000, 5000 ਬਲਦ ਜਿਨ੍ਹਾਂ ਤੇ ਗੋਣਾ ਲੱਗੀਆਂ ਹੋਈਆਂ ਨੇ, ਛਟਾਂ ਲੱਗੀਆਂ ਹੋਈਆਂ ਨੇ, ਉਹ ਬਲਦ 5000 ਇਹਨਾਂ ਨੇ ਇਕੱਠੇ ਕਰਵਾਏ। ਭੇਜ ਦੀਏ ਸਤਿਗੁਰ ਦਰਬਾਰ, ਔਰ ਉਹ 5000 ਬਲਦ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਅੰਦਰ ਭੇਜ ਦਿੱਤੇ। ਆਨ ਥਿਰੇ ਟਿਕ ਪ੍ਰਭ ਪੁਨ ਕਹਿਓ, ਜਦੋਂ 5000 ਬਲਦ ਅੰਦਰ ਆ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖੇ, ਧਰਮ ਈਮਾਨ ਦੋਹਨ ਜਿਮ ਲਹਿਓ, ਫਿਰ ਉਹਨਾਂ ਨੇ ਕਸਮਾਂ ਲਿਖ ਕੇ ਭੇਜੀਆਂ। ਮੁਸਲਮਾਨ ਜਿਹੜੇ ਸੂਬੇਦਾਰ ਸੀ ਉਹਨਾਂ ਵੀ, ਤੋ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੇ ਵੀ ਕਸਮਾਂ ਲਿਖ ਕੇ ਭੇਜੀਆਂ। ਸੋ ਕਰਕੇ ਹਮਰੇ ਟਿਗ ਆਨੋ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਾਓ ਲਿਖਤੀ ਰੂਪ ਚ ਕਸਮਾਂ ਲਿਆਓ ਉਹਨਾਂ ਕੋਲੋਂ।
ਕਿਉਂਕਿ ਪਹਿਲਾਂ ਜ਼ੁਬਾਨੀ ਕਿਹਾ ਸੀ, ਹੁਣ ਲਿਖਤੀ ਰੂਪ 'ਚ ਲੈ ਕੇ ਆਉਣ ਕਸਮਾਂ। ਪਹਾੜੀ ਰਾਜੇ ਵੀ ਭੇਜਣ ਤੇ ਜਿਹੜੇ ਸੂਬੇਦਾਰ ਨੇ ਉਹ ਵੀ ਲਿਖ ਕੇ ਭੇਜਣ। ਤੋ ਹਮ ਜਾਣੈ ਸਾਚ ਬਖਾਨੋ। ਮਹਾਰਾਜ ਜੀ ਕਹਿੰਦੇ ਫਿਰ ਅਸੀਂ ਜਾਣਾਂਗੇ ਵੀ ਤੁਸੀਂ ਸੱਚ ਕਹਿ ਰਹੇ ਹੋ, ਤੁਸੀਂ ਕੋਈ ਛਲ ਨਹੀਂ ਪਏ ਕਰਦੇ। ਹਾਲਾਂਕਿ ਸਤਿਗੁਰੂ ਜਾਣਦੇ ਸਨ ਵੀ ਭਾਵੇਂ ਲਿਖ ਕੇ ਦੇ ਦੇਣ ਪਰ ਝੂਠਾ, ਕਿਉਂਕਿ ਜ਼ੁਬਾਨੀ ਕਹੀ ਹੋਈ ਗੱਲ ਤਾਂ ਮੁੜ ਕੇ ਮੁੱਕਰ ਜਾਏਗਾ। ਅਸੀਂ ਤਾਂ ਨਹੀਂ ਸੀ ਕਸਮ ਖਾਧੀ ਜੀ, ਪਰ ਜਦੋਂ ਲਿਖਤੀ ਦੇਣਗੇ, ਲਿਖਤ ਕਰਕੇ ਮੁੱਕਰਨਗੇ ਤੇ ਫਿਰ ਉਹ ਲਿਖਤ ਦੇ ਉੱਤੇ ਇਹਨਾਂ ਦੇ ਉੱਤੇ ਦਸਤਖਤ ਹੋਣਗੇ, ਉਹ ਵਿਖਾਵਾਂਗੇ ਕਿ ਆਹ ਵੇਖੋ ਤੁਸੀਂ ਝੂਠੇ। ਤੋ ਸਤਿਗੁਰੂ ਜੀ ਨੇ ਕਿਹਾ ਵੀ ਲਿਖਤੀ ਰੂਪ ਦੇ ਵਿੱਚ ਕਸਮਨਾਮੇ ਜਿਹੜੇ ਨੇ ਉਹ ਲਿਖ ਕੇ ਸਾਡੇ ਕੋਲ ਭੇਜਣ ਤਾਂ ਅਸੀਂ ਜਾਣਾਂਗੇ। ਪੁਨ ਪੰਮਾ ਪਹੁੰਚਿਓ ਸਭ ਪਾਸ। ਸੁਣ ਕੇ ਪੰਮਾ ਵਜ਼ੀਰ ਵਾਪਸ ਗਿਆ ਪਹਾੜੀਆਂ ਕੋਲ। ਕਹੇ ਗੁਰੂ ਕੋ ਕੀਨ ਪ੍ਰਕਾਸ਼। ਸਤਿਗੁਰੂ ਜੀ ਦੀ ਜਿਹੜੀ ਕਹਿਵਤ ਸੀ ਉਹ ਜਾ ਕੇ ਸੁਣਾਈ। ਧਰਮ ਗਿਰੇ ਸੁਨ ਤਬ ਕਰ ਦੀਨ। ਉਸੇ ਵੇਲੇ ਪਹਾੜੀ ਰਾਜਿਆਂ ਨੇ ਕਸਮ ਜਿਹੜੀ ਸੀ ਉਹ ਲਿਖ ਦਿੱਤੀ ਚਿੱਠੀ ਤੇ, ਆਪਣੇ ਧਰਮ ਦੀ, ਆਪਣੇ ਈਮਾਨ ਦੀ ਕਸਮ ਲਿਖ ਦਿੱਤੀ। ਸ਼ਿਵ ਠਾਕਰ ਕੀ ਆਨ ਹੈ ਕੀਨ। ਕਹਿੰਦੇ ਜੀ ਸਾਨੂੰ ਸ਼ਿਵ ਦੀ ਕਸਮ ਲੱਗੇ, ਜਿਹੜੇ ਠਾਕੁਰ ਦੀ ਪੂਜਾ ਕਰਦੇ ਕਹਿੰਦੇ ਜੀ ਸਾਨੂੰ ਠਾਕੁਰ ਦੀ ਕਸਮ ਲੱਗੇ। ਕੋਈ ਗਊ ਨੂੰ ਮੰਨਣ ਵਾਲਾ ਕਹਿੰਦੇ ਜੀ ਸਾਨੂੰ ਗਊ ਦੀ ਕਸਮ ਲੱਗੇ। ਤੁਰਕਨ ਕਰਿਓ ਈਮਾਨ ਪਠਾਵਾ। ਉਧਰ ਜਿਹੜੇ ਤੁਰਕ ਸਨ ਉਹਨਾਂ ਨੇ ਵੀ ਕਸਮ ਖਾਧੀ ਜੀ ਸਾਨੂੰ ਕੁਰਾਨ ਦੀ ਕਸਮ ਹੈ। ਜਿਮ ਪ੍ਰਭ ਕਹਿਓ ਤਥਾ ਮੰਗਵਾਵਾ। ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਇਹਨਾਂ ਨੇ ਕਸਮਾਂ ਲਿਖਾ ਕੇ, ਉਹ ਲਿਖੀਆਂ ਹੋਈਆਂ ਕਸਮਾਂ ਵਾਲੀਆਂ ਜਿਹੜੀਆਂ ਚਿੱਠੀਆਂ ਸਨ ਉਹ ਸਤਿਗੁਰੂ ਜੀ ਦੇ ਕੋਲ ਭੇਜੀਆਂ, ਮਹਾਰਾਜ ਜੀ ਨੇ ਮੰਗਵਾਈਆਂ। ਸਤਿਗੁਰ ਕੋ ਸ਼ਪ ਕੋ ਬੁਲਵਾਇਓ। ਜਦੋਂ ਕਸਮਾਂ ਲਿਖੀਆਂ ਆ ਗਈਆਂ ਫਿਰ ਸਤਿਗੁਰੂ ਜੀ ਨੇ ਆਪਣੇ ਕੋਸ਼ਪ ਨੂੰ, ਜਿਹੜਾ ਖਜ਼ਾਨਚੀ ਸੀ, ਉਹਨੂੰ ਬੁਲਾਇਆ। ਪ੍ਰਥਮ ਸਭਿਨ ਤੇ ਕਰ ਸਮਝਾਇਓ। ਉਹਨਾਂ ਨੂੰ ਸਭ ਤੋਂ ਵੱਖਰਾ ਕਰਕੇ ਨਾ ਕੋਸ਼ਪ ਨੂੰ, ਜਾਂ ਜਿਹੜੇ ਮਹਾਰਾਜ ਜੀ ਦੇ ਖਾਸ ਸਿੰਘ ਸੀ, ਉਹਨਾਂ ਸਾਰਿਆਂ ਨੂੰ ਵੱਖਰਾ ਕਰਕੇ ਮਹਾਰਾਜ ਜੀ ਨੇ ਸਮਝਾਇਆ। ਟੂਟੀ ਪਨਹੀ ਜ਼ੀਨ ਪੁਰਾਨੇ। ਮਹਾਰਾਜ ਜੀ ਕਹਿੰਦੇ ਵੀ ਜਿਹੜੀਆਂ ਇਹਨਾਂ ਦੀਆਂ ਗੋਣਾਂ ਨੇ ਨਾ ਬਲਦਾਂ ਦੀਆਂ, ਉਹ ਲਾ ਕੇ ਲੈ ਆਓ ਤੇ ਉਹ ਅੰਦਰ ਲਿਆ ਕੇ ਉਹਦੇ ਵਿੱਚ ਜਿਹੜਾ ਸਮਾਨ ਭਰਨਾ ਸੁਣੋ ਕਿਹੜਾ। ਜਿਹੜੀਆਂ ਟੁੱਟੀਆਂ ਜੁੱਤੀਆਂ ਪਈਆਂ ਹੋਈਆਂ ਨੇ ਉਹ ਪਾ ਦਿਓ। ਫਿਰ ਪੁਰਾਣੀਆਂ ਘੋੜਿਆਂ ਦੀਆਂ ਕਾਠੀਆਂ ਟੁੱਟੀਆਂ ਹੋਈਆਂ ਉਹ ਇਕੱਠੀਆਂ ਕਰਕੇ ਪਾ ਦਿਓ। ਪੁਰਦ ਪੋਸ਼ ਹੈ ਜਿਤਕ ਮਹਾਨੇ। ਫਿਰ ਇਹਦੇ ਤੋਂ ਇਲਾਵਾ ਹੋਰ ਜਿਹੜੇ ਪੁਰਾਣੇ ਕੱਪੜੇ ਨੇ, ਉਹ ਪੁਰਾਣੇ ਕੱਪੜੇ ਵੀ ਜਿਹੜੇ ਨੇ ਉਹ ਵਿੱਚ ਲਿਆ ਕੇ ਪਾ ਦਿਓ, ਜਿਹੜੇ ਕੰਮ ਨਹੀਂ ਆਉਂਦੇ। ਮਰੇ ਤੁਰੰਗਮ ਚਰਮ ਅਨੇਕ। ਕਈ ਘੋੜੇ ਮਰ ਗਏ ਸੀ, ਉਹਨਾਂ ਦਾ ਚਮੜਾ, ਉਹ ਚਮੜਾ ਜਿਹੜਾ ਹੈ ਉਹ ਘੋੜਿਆਂ ਦਾ ਚਮੜਾ ਲਿਆ ਕੇ ਪਾ ਦਿਓ। ਸੰਚਵਾਏ ਕਰ ਹਾਡ ਜਿਤੇਕ। ਫਿਰ ਜਿਹੜੇ ਜਾਨਵਰ ਮਰੇ ਹੋਏ ਸੀ ਅੰਦਰ ਭੁੱਖ ਨਾਲ, ਕਿਉਂਕਿ ਕਈ ਜਾਨਵਰ ਮਰ ਗਏ ਸੀ, ਘੋੜੇ ਮਰ ਗਏ ਸੀ, ਬਲਦ ਵੀ ਮਰੇ ਸੀ, ਉਹਨਾਂ ਦੇ ਹੱਡ ਉਹ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਉਹਨਾਂ ਗੋਣਾਂ ਦੇ ਵਿੱਚ, ਜਿਹੜੀਆਂ ਉਹ ਗੋਣਾਂ ਆਈਆਂ ਨੇ ਅੰਦਰ, ਉਹਨਾਂ ਵਿੱਚ ਭਰ ਦਿਓ। ਸੰਚ ਠੀਕਰੀ ਬਾਸਨ ਫੂਟੇ। ਜਿਹੜੇ ਟੁੱਟੇ ਬਰਤਨ ਨੇ ਮਿੱਟੀ ਦੇ, ਘੜਿਆਂ ਦੇ, ਉਹਨਾਂ ਦੀਆਂ ਜਿਹੜੀਆਂ ਠੀਕਰੀਆਂ ਨੇ ਉਹ ਵੀ ਤੋੜ ਕੇ ਵਿੱਚ ਭਰ ਦਿਓ। ਚੀਰਣ ਬਸਤਰ ਸਾਜ ਸਭ ਟੂਟੇ। ਜਿੰਨੇ ਪੁਰਾਣੇ ਕੱਪੜੇ ਨੇ ਜਾਂ ਜਿਹੜੇ ਹੋਰ ਸਾਜ਼ ਵਗੈਰਾ, ਜੋ ਟੁੱਟਾ ਫੁੱਟਾ ਸਮਾਨ ਹੈ, ਯਾਨੀ ਕਿ ਜਿੰਨਾ ਵੀ ਕਬਾੜ ਹੈ ਆਨੰਦਪੁਰ ਸਾਹਿਬ ਦੇ ਵਿੱਚ, ਉਹ ਸਾਰਾ ਉਹਨਾਂ ਗੋਣਾਂ ਵਿੱਚ ਭਰ ਦਿਓ। ਸਕਲ ਗੋਣ ਭਰ ਕੀ ਜਹ ਤਿਆਰੀ। ਉਹ ਸਾਰੀਆਂ ਗੋਣਾਂ ਭਰ ਕੇ ਤਿਆਰ ਕਰ ਦਿਓ। ਨਿਸਾ ਪਰ ਹੈ ਦੇਹੋ ਵਹਿਰ ਨਿਕਾਰੀ। ਤੇ ਰਾਤ ਦੇ ਹਨੇਰੇ ਵਿੱਚ ਉਹ ਗੋਣਾਂ ਬਾਹਰ ਕੱਢਣੀਆਂ ਨੇ। ਜਿਹੜੇ ਉਹ ਵਣਜਾਰੇ ਆਏ ਨੇ ਬਲਦਾਂ ਨੂੰ ਲੈ ਕੇ, ਉਹਨਾਂ ਨੂੰ ਨਾ ਪਤਾ ਲੱਗੇ ਵੀ ਗੋਣਾਂ 'ਚ ਕੀ ਹੈ, ਦੁਸ਼ਮਣ ਨੂੰ ਵੀ ਨਾ ਪਤਾ ਲੱਗੇ। ਤੂੰ ਏਦਾਂ ਉਹ ਗੋਣਾ ਭਰ ਕੇ ਨਾ, ਖੁਰਜੀਆਂ ਜੀਆਂ ਹੁੰਦੀਆਂ ਉੱਤੇ ਬਲਦਾਂ ਤੇ ਰੱਖਣ ਵਾਸਤੇ, ਗੋਣ ਕਹਿ ਦਿੰਦੇ ਆ, ਉਹ ਗੋਣਾ ਭਰ ਕੇ ਤੁਸੀਂ ਸਾਰੀਆਂ ਬਲਦਾਂ ਤੇ ਰਾਤ ਨੂੰ ਲੱਦਣੀਆਂ ਹਨ। ਕੋਟਵਾਲ ਕੀਨੋ ਤੇ ਮਕਾਜੂ। ਜਿਹੜਾ ਗੁਰੂ ਸਾਹਿਬ ਦਾ ਕੋਤਵਾਲ ਸੀ, ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਕੇ ਉਹਨੇ ਉਸੇ ਤਰ੍ਹਾਂ ਕੀਤਾ। ਲਿਓ ਸਕੇਲ ਪੁਰਾਨ ਸਮਾਜੂ। ਜਿੰਨਾ ਪੁਰਾਣਾ ਸਮਾਨ ਸੀ ਆਨੰਦਪੁਰ ਸਾਹਿਬ ਦੇ ਵਿੱਚ, ਸ਼ਹਿਰ ਵਿੱਚ, ਨਗਰ ਵਿੱਚ, ਗੁਰੂ ਘਰ ਵਿੱਚ, ਬ੍ਰਿੰਦ ਚੰਡਾਲ ਚਮਾਰਨ ਪ੍ਰੇਰੇ। ਨਗਰ ਦੇ ਵਿੱਚ ਜਿਹੜੇ ਚਮੜੇ ਦਾ ਕੰਮ ਕਰਨ ਵਾਲੇ, ਉਹਨਾਂ ਕੋਲ ਚਮੜਾ ਸੀਗਾ ਪਸ਼ੂਆਂ ਦਾ, ਜਿਹੜੇ ਜਾਨਵਰ ਮਰੇ ਸੀ, ਜਾਂ ਜਿਹੜੇ
ਮੁਰਦੇ ਜਾਨਵਰਾਂ ਨੂੰ ਢੋਆ ਢਵਾਈ ਦਾ ਕੰਮ ਕਰਨ ਵਾਲੇ ਉਹਨਾਂ ਨੂੰ ਬੁਲਾ ਲਿਆ ਸਾਰਿਆਂ ਨੂੰ ਵੀ ਇਹਨਾਂ ਗੋਣਾਂ ਦੇ ਵਿੱਚ ਉਹ ਹੱਡ ਜਿਹੜੇ ਪਸ਼ੂਆਂ ਦਾ ਹੱਡ ਨੇ ਜਾਂ ਫਿਰ ਜਾਨਵਰਾਂ ਦਾ ਜਿਹੜਾ ਉਹ ਚਮੜਾ ਹੈ, ਉਹਨਾਂ ਦੇ ਸਿੰਗ ਨੇ, ਸਿਰ ਨੇ, ਉਹ ਸਾਰੇ ਉਹਨਾਂ ਦੇ ਵਿੱਚ ਪਵਾ ਦਿੱਤੇ। ਵਿਸ਼ਟਾ ਅਸਤ ਪਰੰਤ ਕਨੇਰੇ, ਜਿਹੜੀ ਸ਼ਹਿਰ ਦੀ ਗੰਦਗੀ ਸੀ, ਵਿਸ਼ਟਾ ਵਗੈਰਾ, ਘੋੜਿਆਂ ਦੀ ਲਿੱਦ, ਗਊਆਂ ਦਾ ਗੋਬਰ, ਜੋ ਵੀ ਕੂੜ ਕਬਾੜ ਸੀ, ਉਹ ਜਿਹੜੇ ਚੰਡਾਲ ਸਨ ਸ਼ਹਿਰ ਦੇ ਵਿੱਚ, ਉਹਨਾਂ ਦੇ ਕੋਲੋਂ ਗੋਣਾਂ ਦੇ ਵਿੱਚ ਪ੍ਰਵਾ ਦਿੱਤਾ। ਉਨ ਘੋਰਨ ਕੀ ਲੀਦ ਭਰਾਈ, ਘੋੜਿਆਂ ਦੀ ਜਿਹੜੀ ਲਿੱਦ ਸੀ ਉਹ ਵੀ ਗੋਣਾਂ ਦੇ ਵਿੱਚ ਭਰਾ ਦਿੱਤੀ। ਸੂਕੇ ਕੀਲ ਚਰਮ ਸਮੁਦਾਈ, ਸੁੱਕਾ ਚਮੜਾ ਜਾਂ ਜਿਹੜਾ ਗਿੱਲਾ ਚਮੜਾ ਸੀ ਉਹ ਸਾਰਾ ਭਰਾ ਦਿੱਤਾ। ਜਿਨ ਤੇ ਬਹੁ ਗਿਲਾਨ ਦੁਰਗੰਧਾ, ਉਹਨਾਂ ਵਿੱਚੋਂ ਵੇਖ ਕੇ ਬੜੀ ਗਿਲਾਨੀ ਆਉਂਦੀ, ਇੰਨੀਆਂ ਗੰਦੀਆਂ ਚੀਜ਼ਾਂ ਵੀ ਨੇ ਉਹਨਾਂ ਵਿੱਚ, ਤੇ ਫਿਰ ਉਹਨਾਂ ਵਿੱਚੋਂ ਬੜੀ ਭਿਆਨਕ ਦੁਰਗੰਧੀ ਵੀ ਆਉਂਦੀ ਹੈ। ਐਸੋ ਮਾਸ ਪਾਏ ਦੀਏ ਬੰਧਾ, ਉਹਦੇ ਵਿੱਚ ਇਹੋ ਜਿਹਾ ਦੁਰਗੰਧੀ ਵਾਲਾ ਜਿਹੜਾ ਮਾਸ ਸੀ ਜਾਨਵਰਾਂ ਦਾ ਉਹ ਵੀ ਭਰ ਦਿੱਤਾ, ਕਿਉਂਕਿ ਉਹਨਾਂ ਨੇ ਛਲ ਕਰਨਾ ਤੇ ਛਲੀਏ ਨੂੰ ਅੱਗੋਂ ਕਿਵੇਂ ਛਲਣਾ ਕਿ ਇਹੋ ਜਿਹੇ ਪਾਪੀ ਜਿਹੜੇ ਪਹਿਲਾਂ ਧਰਮ ਤੋਂ ਭ੍ਰਸ਼ਟ ਹੋਣਗੇ, ਜਦੋਂ ਇਹਨਾਂ ਨੂੰ ਆ ਕੇ ਲੁੱਟਣਗੇ ਫਿਰ ਦੁਬਾਰਾ ਧਰਮ ਭ੍ਰਸ਼ਟ ਹੋਵੇਗਾ। ਉਹਨਾਂ ਦਾ ਦਗਾ ਹੀ ਉਹਨਾਂ ਨੂੰ ਦਗਾ ਦੇਵੇਗਾ। ਉਹ ਦਗਾ ਕਰ ਰਹੇ ਨੇ ਕਸਮਾਂ ਖਾ ਕੇ ਸਾਨੂੰ ਲੁੱਟਣ ਦਾ, ਉਹੀ ਦਗਾ ਉਹਨਾਂ ਨੂੰ ਦਗਾ ਕਰਕੇ ਛਲੇਗਾ। ਇਹ ਮਹਾਰਾਜ ਜੀ ਖੇਡ ਵਰਤਾ ਰਹੇ ਨੇ। ਕਹਿੰਦੇ ਬੜੀ ਦੁਰਗੰਧੀ ਆਉਂਦੀ ਹੈ। ਉਹ ਪੁਰਾਣਾ ਜਿਹੜਾ ਸੜਿਆ ਗਲਿਆ ਮਾਸ ਪਿਆ ਸੀ, ਜਾਨਵਰਾਂ ਦਾ ਹੱਡ ਸਨ, ਉਹ ਸਾਰਾ ਉਹਨਾਂ ਗੋਣਾਂ ਵਿੱਚ ਭਰਾ ਦਿੱਤਾ। ਜਿਸ ਕੇ ਛੂਹੇ ਧਰਮ ਹੋਏ ਹਾਨੀ, ਵੀ ਜਿਹਨੂੰ ਛੂ ਕੇ ਹੀ ਭ੍ਰਸ਼ਟ ਹੋ ਜਾਏ ਬੰਦਾ, ਇਹੋ ਜਿਹਾ ਰਾਜ, ਇਹੋ ਜਿਹਾ ਸਮਾਨ ਸੀ। ਐਸੇ ਭਰ ਭਰ ਗੋਨ ਮਹਾਨੀ, ਏਦਾਂ ਦਾ ਜਿਹੜਾ ਕਬਾੜ ਸੀ ਉਹ ਗੋਣਾਂ ਦੇ ਵਿੱਚ ਭਰ ਦਿੱਤਾ ਗਿਆ। 5000 ਗੋਨ ਪਰਵਾਈ, ਤਕਰੀਬਨ 5000 ਬਲਦ ਸੀ ਤੇ 5000 ਗੋਣਾ ਏਦਾਂ ਦੇ। ਨਾਲੇ ਬਹਾਨੇ ਨਾਲ ਆਨੰਦਪੁਰ ਸਾਹਿਬ ਦੀ ਸਫਾਈ ਹੋ ਗਈ। ਉਹ ਜਿੰਨਾ ਕੂੜ ਕਬਾੜ ਸੀ ਸਾਰਾ ਇਕੱਠਾ 7 ਮਹੀਨਿਆਂ ਦਾ ਅੰਦਰ ਹੀ ਸੀ ਨਾ, ਉਹ ਸਾਰਾ ਮਹਾਰਾਜ ਜੀ ਨੇ ਇਕੱਠਾ ਕਰਵਾ ਕੇ ਸਾਰਾ ਜਿੰਨੀ ਸਫਾਈ ਕਰਾ ਦਿੱਤੀ ਸ਼ਹਿਰ ਦੀ, ਤੋ ਇਹਨਾਂ ਗੋਣਾਂ ਦੇ ਵਿੱਚ ਭਰ ਦਿੱਤਾ ਗਿਆ। ਬਿਨ ਦੇਖੇ ਤੇ ਸਰਬ ਸਿਵਾਈ, ਤੇ ਕਿਸੇ ਨੇ ਵੇਖਣ ਨਹੀਂ ਦਿੱਤਾ, ਉਤੋਂ ਗੋਣਾਂ ਸੀਵ ਦਿੱਤੀਆਂ ਸੇਬੇ ਨਾਲ, ਜਾਂ ਜਿਹੜਾ ਧਾਗਾ ਹੁੰਦਾ ਸੂਏ ਸੇਬੇ ਨਾਲ, ਉਹ ਸਾਰਾ ਕੁਝ ਕਹਿੰਦੇ ਗੋਣਾ ਉੱਤੋਂ ਸੀਮ ਦਿੱਤੀਆਂ। ਦਿਸਾ ਪਰੀ ਲਗ ਕੀ ਨ ਸਤਿਆਰੀ, ਜਦੋਂ ਰਾਤ ਪਈ ਤੇ ਉਹ ਸਾਰੀ ਤਿਆਰੀ ਕਰ ਲਈ। ਲੱਤ ਹੋ ਆਗਿਆ ਗੁਰੂ ਉਚਾਰੀ, ਰਾਤ ਨੂੰ ਹੀ ਗੁਰੂ ਸਾਹਿਬ ਨੇ ਹੁਕਮ ਕੀਤਾ ਵੀ ਇਹ ਸਾਰੀਆਂ ਗੋਣਾ ਜਿਹੜੀਆਂ ਨੇ ਹੁਣ ਬਲਦਾਂ ਤੇ ਲੱਦ ਦਿਓ। ਬਹਿਰ ਸਭਿਨ ਢਿਗ ਲਿਖੇ ਪਠਾਏ, ਤੇ ਬਾਹਰ ਲਿਖ ਕੇ ਭੇਜ ਦਿੱਤਾ ਅਬ ਚਾਹਤ ਹਮ ਨਿਕਰ ਸਿਧਾਏ, ਕਿ ਹੁਣ ਸਾਡੇ ਜਿਹੜਾ ਇਹ ਬਲਦ ਨੇ, ਪਹਿਲਾਂ ਇਹ ਆਨੰਦਪੁਰ ਸਾਹਿਬ ਦਾ ਜਿਹੜਾ ਸਮਾਨ ਹੈ ਇਹ ਸਾਰਾ ਲੈ ਕੇ ਜਾਣਗੇ। ਪਹਿਲਾਂ ਇਹਨਾਂ ਬਲਦਾਂ ਦੇ ਉੱਤੇ ਗੋਣਾ ਜਾਣ। ਸਮਾਨ ਕਿਹਾ, ਹੁਣ ਸਮਾਨ ਤਾਂ ਕੁਝ ਵੀ ਹੋ ਸਕਦਾ। ਤੋ ਮਹਾਰਾਜ ਜੀ ਨੇ ਕਿਹਾ ਵੀ ਇਹ ਜਿੰਨਾ ਸਮਾਨ ਸੀ ਆਨੰਦਪੁਰ ਸਾਹਿਬ ਦੇ ਵਿੱਚ ਪਿਆ ਹੋਇਆ, ਇਹ ਪਹਿਲਾਂ ਇਹਨਾਂ ਬਲਦਾਂ ਤੇ ਹੁਣ ਜਾਏਗਾ। ਸੁਧ ਤਹਿ ਪਸਰੀ ਆਪਨ ਬਿਰਾਨੇ, ਹੁਣ ਬਾਹਰ ਸਾਰੇ ਪਾਸੇ ਆਪਣੇ ਬਗਾਨਿਆਂ 'ਚ ਖਬਰ ਪਹੁੰਚ ਗਈ ਵੀ ਗੁਰੂ ਸਾਹਿਬ ਦਾ ਖਜ਼ਾਨਾ ਚੱਲਿਆ। 5000 ਬਲਦ ਭਰੇ ਪਏ ਨੇ, ਉੱਤੇ ਗੋਣਾ ਲੱਦੀਆਂ ਹੋਈਆਂ ਨੇ। ਤੋ ਇਸ ਤਰ੍ਹਾਂ ਬਾਹਰ ਸਾਰੇ ਪਾਸੇ ਇਹ ਚਰਚਾ ਹੋਣ ਲੱਗ ਪਈ। ਛੋਰ ਦੁਰਗ ਪ੍ਰਭ ਚੱਲੇ ਪਿਆਨੇ, ਇਹ ਸਤਿਗੁਰੂ ਜੀ ਹੁਣ ਕਿਲਾ ਛੱਡ ਕੇ ਜਾਣ ਲੱਗੇ ਹਨ। ਪ੍ਰਥਮ ਖਜ਼ਾਨਾ ਕਰਹਿ ਨਿਕਾਰਨ, ਪਹਿਲਾਂ ਉਹ ਆਪਣਾ ਸਾਰਾ ਖਜ਼ਾਨਾ ਕੱਢਣ ਲੱਗੇ ਨੇ, ਬਾਹਰ ਗੁਰੂ ਕਰ ਕੂਚ ਪਧਾਰਨ, ਤੇ ਬਾਅਦ ਵਿੱਚ ਫਿਰ ਗੁਰੂ ਜੀ ਨੇ ਕੂਚ ਕਰਨਾ ਹੈ, ਗੁਰੂ ਜੀ ਨੇ ਜਾਣਾ ਹੈ। ਅੰਤਰ ਸਭਿਨ ਸੁਣੀ ਇਹ ਬਾਤ, ਉਧਰ ਅੰਦਰ ਵੀ ਇਹ ਖਬਰ ਹੋ ਗਈ। ਮਹਾਰਾਜ ਜੀ ਦੇ ਜਿਹੜੇ ਕਿਲੇ ਵਿੱਚ ਫੌਜਾਂ ਸਨ ਸਾਰੇ ਮੋਰਚਿਆਂ ਵਿੱਚ, ਉਹਨਾਂ ਨੂੰ ਵੀ ਖਬਰ ਹੋਈ। ਲਸ਼ਕਰ ਸਗਰੇ ਮੈਂ ਬਖਿਆਤ, ਸਾਰੇ ਲਸ਼ਕਰ ਦੇ ਵਿੱਚ ਅੰਦਰ ਬਾਹਰ ਇਹ ਗੱਲ ਪ੍ਰਗਟ ਹੋ ਗਈ। ਨਿਰਪਤ ਰਾਜੇ ਜੇ ਤਿਕਰਾਨੇ, ਜਿੰਨੇ ਪਹਾੜੀ ਰਾਜੇ ਸੀ, ਰਾਣੇ ਸਨ, ਮੀਏ ਸਨ, ਹੁਣ ਹਰ ਖੇਰਣ ਮਿਟਿਓ ਮਹਾਨੇ, ਬੜੇ ਖੁਸ਼ ਹੋਏ। ਕਹਿੰਦੇ ਚਲੋ ਹੁਣ ਜੰਗ ਖਤਮ ਹੋ ਜਾਏਗਾ, ਇਹ ਲੜਾਈ ਸਮਾਪਤ ਹੋ ਜਾਏਗੀ। ਜ਼ੇਰ ਦਸਤ ਖਵਾਜਾ ਰੋ ਵਜ਼ੀਦ, ਉਹ ਬਾਹਰ ਜ਼ਬਰਦਸਤ ਖਾਨ, ਖਵਾਜਾ ਖਿਜ਼ਰ ਖਾਨ, ਸੂਬਾ ਸਰਹੰਦ ਵਜ਼ੀਰ ਖਾਨ, ਵਹਿਰ ਗੁਰੂ ਕੀ ਲਖੀ ਰਸੀਦ, ਉਹਨਾਂ ਨੂੰ ਵੀ ਪਤਾ ਲੱਗਾ ਵੀ ਗੁਰੂ ਸਾਹਿਬ ਹੁਣ ਬਾਹਰ ਆਉਣਗੇ। ਹਿਰਦੇ ਮੁਦਿਤ ਭੇ ਸ਼ੋਕ ਮਿਟਾਏ, ਕਹਿੰਦੇ ਬੜੇ ਖੁਸ਼ ਹੋਏ ਸਾਰੇ।
ਇਹਨਾਂ ਦਾ ਸ਼ੋਕ ਮਿਟ ਗਿਆ। ਕ੍ਰਿਖ ਮੁਰਝਾਏ ਮਨੋ ਜਲ ਪਾਏ। ਕਹਿੰਦੇ ਮਾਨੋ ਜਿਵੇਂ ਮੁਰਝਾਈ ਖੇਤੀ ਨੂੰ ਮੀਂਹ ਦਾ ਪਾਣੀ ਪੈ ਗਿਆ ਹੋਵੇ ਤੇ ਉਹ ਖੇਤੀ ਹਰੀ ਭਰੀ ਹੋ ਜਾਏ, ਏਦਾਂ ਇਹਨਾਂ ਦੇ ਚਿਹਰੇ ਖਿੜ ਗਏ। ਕੋਟਵਾਲ ਗੁਰ ਕੇ ਢਿਗ ਗਇਓ। ਇਧਰ ਕੋਤਵਾਲ ਨੇ ਸਾਰੀ ਤਿਆਰੀ ਕਰਕੇ 5000 ਬਲਦਾਂ ਤੇ ਗੋਣਾ ਲੱਦ ਦਿੱਤੀਆਂ। ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਇਆ, ਹੱਥ ਜੋੜ ਪੁਨ ਭਾਖਤ ਭਇਓ। ਹੱਥ ਜੋੜ ਕੇ ਮਹਾਰਾਜ ਜੀ ਦੇ ਸੈਨਾਪਤੀ ਨੇ ਗੁਰਦੇਵ ਨੂੰ ਬੇਨਤੀ ਕੀਤੀ। ਰਾਤ ਅੰਧੇਰੀ ਤਿਮਰ ਮਹਾਨਾ। ਕਹਿਣ ਲੱਗਾ ਮਹਾਰਾਜ ਜੀ ਵੀ ਰਾਤ ਬੜੀ ਹਨੇਰੀ ਹੈ ਤੇ ਹਨੇਰਾ ਬਹੁਤ ਜ਼ਿਆਦਾ ਪਸਰਿਆ ਹੋਇਆ ਹੈ ਮਗਨ ਹੈ ਸੂਜੇ ਆਵਨ ਜਾਨਾ। ਤੇ ਬਾਹਰ ਆਵਣ ਜਾਣ ਦਾ ਰਸਤਾ ਨਹੀਂ ਸੁਝਦਾ। ਹਨੇਰੇ ਵਿੱਚ ਹਨੇਰਾ ਇੰਨਾ ਜ਼ਿਆਦਾ ਵੀ ਪਤਾ ਨਹੀਂ ਲੱਗਦਾ ਵੀ ਬਾਹਰ ਕਿਸ ਪਾਸੇ ਨੂੰ ਜਾਣਾ ਹੈ, ਕਿਧਰੋਂ ਕਿਸੇ ਨੇ ਆਉਣਾ ਹੈ। ਨਹੀਂ ਤੇਲ ਜੇ ਜਲ ਹੈ ਮਸਾਲਾ। ਪਰ ਮਹਾਰਾਜ ਜੀ ਮਸਾਲਾਂ ਨਾਲ ਹਨੇਰਾ ਦੂਰ ਕੀਤਾ ਜਾ ਸਕਦਾ ਬਾਲ ਕੇ, ਪਰ ਮਸ਼ਾਲਾਂ ਨੂੰ ਬਾਲਣ ਵਾਸਤੇ ਤੇਲ ਨਹੀਂ ਹੈ ਆਨੰਦਪੁਰ ਸਾਹਿਬ 'ਚ, ਕਿਉਂਕਿ ਰਸਤਾਂ ਬਸਤਾਂ ਤਾਂ ਸਮਾਪਤ ਹੋ ਗਈਆਂ ਸੀ। ਮਹਾਰਾਜ ਜੀ ਤੇਲ ਨਹੀਂ ਵੀ ਜਿਨ੍ਹਾਂ ਨਾਲ ਮਸ਼ਾਲਾਂ ਬਾਲੀਆਂ ਜਾ ਸਕਣ। ਚਲਤੇ ਹੋਏ ਪ੍ਰਕਾਸ਼ ਬਿਸਾਲਾ। ਕਿਉਂਕਿ ਜੇ ਮਸ਼ਾਲਾਂ ਬਾਲ ਕੇ ਅੱਗੇ ਬਲਦਾਂ ਦੇ ਨਾਲ ਭੇਜਾਂਗੇ ਤਾਂ ਪ੍ਰਕਾਸ਼ ਹੋਵੇਗਾ, ਰੌਸ਼ਨੀ ਹੋਵੇਗੀ। ਜਿਮ ਆਇਸ ਹੋਏ ਬਨਹਿ ਉਪਾਏ। ਹੁਣ ਆਪ ਜੀ ਦਾ ਕੀ ਹੁਕਮ ਹੈ, ਹਨੇਰੇ 'ਚ ਹੀ ਬਲਦ ਥੱਕ ਦਈਏ ਬਾਹਰ ਨੂੰ ਜਾਂ ਕੋਈ ਰੌਸ਼ਨੀ ਦਾ ਪ੍ਰਬੰਧ ਕਰੀਏ? ਸੁਨ ਕੈ ਸ਼੍ਰੀ ਗੋਬਿੰਦ ਸਿੰਘ ਰਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੇ ਸੈਨਾਪਤੀ ਦੀ ਇਹ ਬੇਨਤੀ ਸੁਣੀ, ਆਪਣੇ ਹੱਥ ਤੇ ਬਰਛਾ ਦੀਨ। ਸਤਿਗੁਰਾਂ ਦੇ ਹੱਥ ਵਿੱਚ ਬਰਛਾ ਸੀ ਕਲਗੀਧਰ ਜੀ ਦੇ। ਆਪਣੇ ਹੱਥ ਵਾਲਾ ਬਰਛਾ ਮਹਾਰਾਜ ਜੀ ਨੇ ਆਪਣੇ ਉਸ ਸਿੰਘ ਨੂੰ ਸੈਨਾਪਤੀ ਨੂੰ ਦਿੱਤਾ। ਲਿਹੋ ਕੋ ਪਟਿਕ ਜਾਹੋ ਪ੍ਰਬੀਨ। ਮਹਾਰਾਜ ਜੀ ਕਹਿੰਦੇ ਖੂਹ ਕੋਲ ਚਲਾ ਜਾ। ਆਨੰਦਪੁਰ ਸਾਹਿਬ ਚੋਂ ਖੂਹ ਅੱਜ ਵੀ ਮੌਜੂਦ ਹੈ। ਕਹਿੰਦੇ ਉਹ ਖੂਹ ਦੇ ਕੋਲ ਚਲਾ ਜਾ। ਇਸ ਉਪਰ ਤੋ ਮਰ ਧਰ ਦੀਜੈ। ਔਰ ਇਹ ਬਰਛਾ ਖੂਹ ਦੇ ਉੱਤੇ ਰੱਖ ਦੇ, ਵਿਚਕਾਰ ਇਹਦਾ ਉੱਤੇ ਲੰਮਾ ਪਾ ਦੇ ਖੂਹ ਉੱਤੇ। ਇੱਕ ਦਿਸ਼ ਤੇਲ ਨਿਕਾਸਨ ਕੀਜੈ। ਖੂਹ ਦਾ ਦੋ ਹਿੱਸਿਆਂ ਵਿੱਚ ਹੋ ਜਾਏਗਾ ਨਾ, ਬਰਛਾ ਵਿੱਚ ਰੱਖੇਗਾ ਜਦੋਂ, ਲੰਮਾ ਬਰਛਾ ਸੀ ਖੂਹ ਦੇ ਉੱਤੇ ਆ ਜਾਣਾ ਸੀ, ਤੇ ਦੋ ਹਿੱਸਿਆਂ ਵਿੱਚ ਖੂਹ ਹੋ ਜਾਏਗਾ। ਇੱਕ ਪਾਸੇ ਤੇਲ ਬਣ ਜਾਏਗਾ, ਇੱਕ ਪਾਸੇ ਪਾਣੀ ਰਹੇਗਾ। ਮਹਾਰਾਜ ਜੀ ਨੇ ਕਿਉਂਕਿ ਸਾਹਿਬ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਸਮਰੱਥਾ ਦੇ ਮਾਲਕ ਨੇ ਆਖਿਆ ਇੱਕ ਪਾਸੇ ਇਸ ਜਿੰਨੇ ਧਰਤੀਆਂ ਦੇ ਵਿੱਚੋਂ ਹੀ ਤੇਲ ਪੈਦਾ ਹੁੰਦਾ ਨਾ, ਤੇ ਉਹ ਤੇਲ ਵੀ ਤਾਂ ਸਤਿਗੁਰੂ ਪੈਦਾ ਕਰ ਰਹੇ ਨੇ, ਜਿੱਥੇ ਵੀ ਹੋ ਰਿਹਾ ਪੂਰੇ ਦੇਸ਼ ਵਿਸ਼ਵ ਭਰ ਦੇ ਵਿੱਚ ਕਿਤੇ ਵੀ ਹੋਵੇ। ਤੇ ਜੇ ਪਾਣੀ ਪੈਦਾ ਹੋ ਰਿਹਾ ਧਰਤੀ ਵਿੱਚੋਂ ਤੇ ਉਹ ਵੀ ਸਤਿਗੁਰਾਂ ਦਾ ਪੈਦਾ ਕੀਤਾ ਹੋਇਆ। ਕਹਿੰਦੇ ਇੱਕ ਪਾਸ ਬਰਛਾ ਰੱਖ ਦਿਓ ਤੇ ਖੂਹ ਦੇ ਇੱਕ ਪਾਸਿਓਂ ਤੇਲ ਨਿਕਲੇਗਾ, ਦੂਸਰ ਦਿਸ਼ਾ ਹੈ ਜਲ ਤੈਸੇ। ਤੇ ਦੂਸਰੇ ਪਾਸੇ ਪਾਣੀ ਰਹੇਗਾ। ਖਾਨ ਪਾਨ ਹਿਤ ਲੀਜੈ ਵੈਸੇ। ਉਹ ਪਾਣੀ ਖਾਨ ਪਾਨ ਨੂੰ ਉਦਾਂ ਹੀ ਵਰਤੋਗੇ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਤੇਲ ਨਹੀਂ ਮਿਲੇਗਾ। ਆਹੈ ਬ੍ਰਿਖਬ ਜੋ 5000। ਜਿਹੜਾ ਦੂਜੇ ਪਾਸੇ ਹੋਵੇਗਾ ਖੂਹ ਦਾ ਪਾਣੀ, ਉਹ ਤੇਲ ਬਣ ਜਾਏਗਾ। ਔਰ ਜਿਹੜੇ 5000 ਬਲਦ ਹਨ, 10000 ਤੇ ਸਿੰਘ ਵਿਚਾਰ। ਹੁਣ 5000 ਬਲਦਾਂ ਦੇ 10000 ਸਿੰਘ ਨੇ, ਸਾਰੇ ਬਲਦਾਂ ਦੇ ਸਿਰ ਤੇ 2-2 ਸਿੰਘ ਨੇ। 5000 ਬਲਦ ਨੇ ਤੇ ਸਿੰਘ ਉਹਨਾਂ ਦੇ 10000 ਹਨ। ਸਭ ਪਰ ਦੇਹੋ ਮਸਾਲ ਬੰਦਵਾਏ। ਦੋਵੇਂ ਸਿੰਘਾਂ ਦੇ ਉੱਤੇ ਬਲਦਾਂ ਦੇ ਮਸ਼ਾਲਾਂ ਬਾਲ ਦਿਓ, ਉਹ ਬੰਨ ਦਿਓ ਮਸ਼ਾਲਾਂ ਬਾਲ ਕੇ ਨਾ, ਬਲਦਾਂ ਦੇ ਸਿੰਘਾਂ ਦੇ ਉੱਤੇ ਬੰਨ ਦਿਓ। ਤੇਲ ਕੂਪ ਤੇਲ ਹੋ ਨਿਕਸਾਏ। ਤੇਲ ਜਿੰਨਾ ਚਾਹੀਦਾ ਖੂਹ ਚੋਂ ਕੱਢੀ ਜਾਓ, ਮੁੱਕਣਾ ਹੀ ਨਹੀਂ, ਉਹ ਤਾਂ ਖੂਹ ਬਣ ਗਿਆ ਹੁਣ ਤੇਲ ਦਾ। ਜਿੰਨਾ ਕੱਢੀ ਜਾਓਗੇ ਉਹ ਮੁੱਕੇਗਾ ਨਹੀਂ, ਜਿੰਨਾ ਚਾਹੀਦਾ ਖੂਹ ਵਿੱਚੋਂ ਲੈ ਲਵੋ। ਲੈ ਗੁਰ ਕਰਤੇ ਤੋਮਰ ਆਏ। ਔਰ ਸਤਿਗੁਰੂ ਜੀ ਦੇ ਹੱਥ ਦਾ ਉਹ ਬਖਸ਼ਿਆ ਬਰਛਾ ਸਿੰਘ ਨੇ ਲਿਆ, 7 ਬਚਨ ਕਿਹਾ ਤੇ ਲੈ ਕੇ ਖੂਹ ਕੋਲ ਆਇਆ। ਧਰੇ ਕੂਪ ਪਰ ਕਾਢਨ ਲਾਏ। ਸਤਿਗੁਰਾਂ ਦਾ ਨਾਮ ਲੈ ਕੇ ਉਹ ਬਰਛਾ ਖੂਹ ਤੇ ਰੱਖ ਦਿੱਤਾ, ਤੇ ਉਸੇ ਵਕਤ ਖੂਹ ਦੇ ਵਿੱਚੋਂ ਬਾਲਟੀ ਸੁੱਟੀ ਤੇ ਇੱਕ ਪਾਸਿਓਂ ਕਹਿੰਦੇ ਉਹਨੂੰ ਕੱਢਣ ਲੱਗੇ ਬਾਹਰ ਖਿੱਚ ਕੇ। ਦੇਖਤ ਬਿਸਮੈ ਹੋਏ ਕਰ ਸਾਰੇ। ਵੇਖ ਕੇ ਸਭ ਹੈਰਾਨ ਹੋ ਗਏ ਬੰਦ ਮਸਾਲਨ ਸਗਰੇ ਢਾਰੇ। ਕਿ ਇੱਕ ਪਾਸੇ ਜਿੱਧਰੋਂ ਬਾਲਟੀ ਪਾ ਕੇ ਕੱਢਿਆ ਨਾ, ਰੱਸੇ ਨਾਲ ਖਿੱਚਿਆ, ਤੇ ਵਾਕਈ ਉਹ ਬਾਲਟੀ ਤੇਲ ਦੀ ਭਰੀ ਹੋਈ ਨਿਕਲੀ।
ਦੂਜੇ ਪਾਸੇ ਪਾਣੀ ਹੈ, ਜਲ ਹੈ। ਗੁਰੂ ਪਾਤਸ਼ਾਹ ਦੀ ਇਹ ਪ੍ਰਤੱਖ ਕਲਾ ਵੇਖ ਕੇ ਸਭ ਹੈਰਾਨ ਹੋਏ। ਔਰ ਉਹ ਤੇਲ ਜਿਹੜਾ ਉਹਦੇ ਨਾਲ ਹੁਣ ਮਸ਼ਾਲਾਂ ਜਿਹੜੀਆਂ ਨੇ ਉਹ ਭੇ ਕੇ ਬਾਲਣ ਲੱਗੇ। ਲੋਕ ਸੈਂਕੜੇ ਲਗੇ ਸੁਧਾਰਨ। ਸੈਂਕੜੇ ਸੇਵਾਦਾਰ ਮਹਾਰਾਜ ਜੀ ਦੇ ਲੱਗ ਗਏ, ਉਹ ਕਿਉਂਕਿ ਵੱਡਾ ਕੰਮ ਸੀ, 10,000 ਮਸਾਲਾਂ ਬਾਲ ਲੀਆਂ ਸੀ, ਤੋ ਬਹੁਤ ਸਾਰੇ ਸੇਵਾਦਾਰ ਲੱਗ ਗਏ। ਪਲੋ ਪਲੀ ਕੰਮ ਹੋਣ ਲੱਗਾ। ਕਰੀ ਮਸਾਲਨ ਤਤ ਛਿਨ ਜਾਰਨ। ਤਤ ਛਿਨ 10,000 ਮਸ਼ਾਲਾਂ ਬਾਲ ਲਈਆਂ। ਹੁਕਮ ਗੁਰੂ ਕੋ ਪੁਨ ਹਿਮ ਭਇਓ। ਫਿਰ ਸਤਿਗੁਰੂ ਕਲਗੀਧਰ ਜੀ ਦਾ ਹੁਕਮ ਹੋਇਆ। ਹੀਨ ਖਾਬ ਜੇ ਤਿਕ ਪਚ ਗਇਓ। ਮਹਾਰਾਜ ਜੀ ਕਹਿੰਦੇ ਵੀ ਜਿਹੜਾ ਦੁਸ਼ਾਲੇ ਬਚ ਗਏ ਨੇ, ਕਿਉਂਕਿ ਬਹੁਤੇ ਦੁਸ਼ਾਲੇ ਮਹਾਰਾਜ ਜੀ ਨੇ ਸਾੜ ਦਿੱਤੇ ਸਨ ਪਹਿਲਾਂ ਹੀ। ਪਾਤਸ਼ਾਹ ਕਹਿੰਦੇ ਜਿਹੜੇ ਰਹਿ ਗਏ ਨੇ ਖਜ਼ਾਨੇ 'ਚ, ਉਹ ਚਮਕਣੇ ਜੇ ਜਰੀਦਾਰ ਦੁਸ਼ਾਲੇ, ਉਹ ਸਾਰੇ ਕੱਢ ਕੇ ਜਿਹੜੇ ਬਲਦਾਂ ਦੇ ਉੱਤੇ ਗੋਣਾ ਪਾਈਆਂ ਨੇ ਉਹਦੇ ਉੱਤੇ ਪਾ ਦਿਓ ਵੀ ਚਮਕਣ। ਉਧਰੋਂ ਰੋਸ਼ਨੀ ਪਏਗੀ ਮਸ਼ਾਲਾਂ ਦੇ ਬਲਣ ਦੀ ਤੇ ਉਹ ਚਮਕਣਗੇ ਉੱਤੇ ਰਾਤ ਨੂੰ, ਤੇ ਦੂਰ ਦੁਸ਼ਮਣ ਵੇਖੇਗਾ ਤੇ ਉਹਨਾਂ ਨੂੰ ਇਹੀ ਜਾਪਣਾ ਵੀ ਹੀਰੇ ਮੋਤੀ ਪੇ ਚਮਕਦੇ ਨੇ। ਗੁਰੂ ਸਾਹਿਬ ਦੀ ਲੀਲਾ ਸੀ। ਮਹਾਰਾਜ ਜੀ ਨੇ ਵਿਖਾਣਾ ਸੀ ਵੀ ਕਿਵੇਂ ਬੇਈਮਾਨ ਹੁੰਦੇ ਨੇ, ਕਿਵੇਂ ਲੋਭੀ ਹੁੰਦੇ ਨੇ। ਲੋਭੀ ਬੰਦੇ ਦਾ ਕਿਹੜਾ ਕੋਈ ਧਰਮ ਰਹਿੰਦਾ? ਲੋਭੀ ਦਾ ਧਰਮ ਨਹੀਂ ਰਹਿੰਦਾ। ਜਿੱਥੇ ਲੋਭ ਹੈ ਉੱਥੇ ਪਾਪ ਆ ਜਾਂਦਾ, ਜਿੱਥੇ ਪਾਪ ਆ ਜਾਏ ਉੱਥੇ ਧਰਮ ਨਹੀਂ ਰਹਿੰਦਾ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਖਜ਼ਾਨੇ ਵਿੱਚ ਜਿਹੜੇ ਕੋਈ ਪੁਰਾਣੇ ਖੀਨ ਖਾਬ ਪਏ ਨੇ, ਖੀਨ ਖਾਬ ਦਾ ਮਤਲਬ ਵੀ ਜਿਹੜੇ ਕੋਈ ਜਰੀਦਾਰ ਦੁਸ਼ਾਲੇ ਪਏ ਹੋਏ ਨੇ, ਦੁਐ ਦੁਐ ਗਜ ਗੂਨਨ ਪਰ ਡਾਰੇ। ਉਹਨਾਂ ਵਿੱਚੋਂ ਗੱਜ 2-2 ਗੱਜ ਜਿਹੜੇ ਨੇ ਉਹ ਪਾੜ ਕੇ ਤੇ ਜਿਹੜੀਆਂ ਇਹ ਗੋਣਾ ਬਲਦਾਂ ਦੇ ਉੱਤੇ ਲੱਦੀਆਂ ਨੇ ਉਹਨਾਂ ਤੇ ਪਾ ਦਿਓ। ਮਹੀ ਤਤ ਛਿਨ ਤਿਨ ਪਰ ਧਾਰੇ। ਤਤ ਛਿਨ ਸਿੰਘਾਂ ਨੇ ਵੇਖਾ ਵੀ ਉਸੇ ਵੇਲੇ ਹੀ ਉਹ ਜਿੰਨਾ ਕ ਹੈ ਸੀ ਕੱਪੜੇ ਖੀਨ ਖਾਬ ਵਗੈਰਾ ਪਏ, ਉਹ ਗੱਜ ਦੇ ਟੁਕੜੇ 2-2 ਗੱਜ ਦੇ ਟੁਕੜੇ ਪਾੜ ਕੇ ਉੱਤੇ ਪਾਣ ਲੱਗੇ। 10,000 ਜਬ ਜਰੀ ਮਸਾਲਾ। ਏਦਾਂ ਇੱਧਰ ਮਸ਼ਾਲਾਂ ਵੀ ਉਹ ਬਲਣ ਲੱਗੀਆਂ। ਕੱਪੜਾ ਵੀ ਚਾਹੀਦਾ ਸੀ ਮਸ਼ਾਲਾਂ ਬਾਲਣ ਨੂੰ, ਉਹਦੇ ਵਾਸਤੇ ਵੀ ਕਹਿੰਦੇ ਮਸ਼ਾਲਾਂ ਲਈ ਕੱਪੜਾ ਬਾਲ ਕੇ ਤੇ ਮਸ਼ਾਲਾਂ ਬਾਲ ਲਈਆਂ। ਚਿਤ ਕਿਤ ਦਿਪਤ ਪ੍ਰਕਾਸ਼ ਬਿਸਾਲਾ। ਹੁਣ 10,000 ਮਸ਼ਾਲਾਂ ਬਲੀਆਂ। ਰਾਤ ਨੂੰ ਹੀ ਦਿਨ ਚੜ ਗਿਆ, ਇੰਨਾ ਚਾਨਣਾ ਹੋ ਗਿਆ। ਲਸ਼ਕਰ ਵਹਿਰ ਤਿਆਰ ਪਿਖ ਹੋਏ। ਔਰ ਉਧਰ ਬਾਹਰ ਵੀ ਜਿਹੜਾ ਲਸ਼ਕਰ ਸੀ ਉਹ ਵੀ ਵੇਖ ਰਿਹਾ, ਤਿਆਰ ਹੋਇਆ। ਮਨ ਮੈਂ ਚਹ ਲੂਟੇ ਉਹ ਸਭ ਕੋਏ। ਉਹ ਤਿਆਰੀ ਕਰਕੇ ਬਹਿ ਗਏ। ਉਹਨਾਂ ਦਾ ਮਨ ਉਸੇ ਵੇਲੇ ਡਾਵਾਡੋਲ ਹੋ ਗਿਆ। ਉਹ ਤਿਆਰੀ ਕਰਕੇ ਬਹਿ ਗਏ। ਬਾਹਰ ਲਸ਼ਕਰ ਦੀਆਂ ਜਿੰਨੀਆਂ ਫੌਜਾਂ ਸੀ ਦੁਸ਼ਮਣਾਂ ਦੀਆਂ ਵੀ ਗੁਰੂ ਜੀ ਦਾ ਖਜ਼ਾਨਾ ਆਵੇਗਾ, ਜਿਹਦੇ ਹੱਥ ਜਿੰਨੇ ਬਲਦ ਲੱਗ ਗਏ ਬਸ ਖੋਹ ਕੇ ਲੈ ਜਾਇਓ, ਜਿੰਨਾ ਖਜ਼ਾਨਾ ਆਪਣਾ ਸਾਂਭ ਲਿਓ। ਕਹਿੰਦੇ ਇਸ ਤਰ੍ਹਾਂ ਉਹਨਾਂ ਨੇ ਬਾਹਰ ਮਲੇਛਾਂ ਨੇ ਦੇਖੋ ਕਿੱਥੇ ਲਿਖ ਕੇ ਭੇਜੀਆਂ ਨੇ ਕਸਮਾਂ। ਕੁਰਾਨ ਦੀ ਕਸਮ ਖਾ ਕੇ, ਆਪਣੇ ਭਗਵਾਨ ਦੀ ਕਸਮ ਖਾ ਕੇ ਲਿਖ ਕੇ ਭੇਜੀਆਂ ਨੇ ਕਸਮਾਂ। ਤੇ ਹੁਣ ਤਿਆਰੀ ਵੀ ਕਰੀ ਬੈਠੇ ਨੇ ਕਸਮਾਂ ਤੋੜ ਕੇ, ਜਿਹੜਾ ਖਜ਼ਾਨਾ ਅੰਦਰੋਂ ਆਉਣਾ ਵੀ ਲੁੱਟਾਂਗੇ। ਲੱਖਾਂ ਵੀਰ ਤਿਆਰ ਹੋਏ ਠਾਂਡੇ। ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਬਾਹਰ ਖੜੇ ਹਨ। ਦੇਖਤ ਦਰਬ ਗੁਰੂ ਅਬ ਕਾਢੇ। ਤੇ ਵੇਖੋ ਜੀ ਹੁਣ ਗੁਰੂ ਜੀ ਦਾ ਖਜ਼ਾਨਾ ਆਉਣਾ ਬਾਹਰ। ਉੱਚੋ ਆਹ ਮੋਰਚਾ ਜੋਈ। ਤੇ ਕਹਿੰਦੇ ਜਿਹੜਾ ਉੱਚੇ ਥਾਂ ਤੇ ਮੋਰਚਾ ਸੀ, ਇਸਕੇ ਢਿਗ ਢਿਗ ਕੀਨੇ ਸੋਈ। ਉਹ ਸਾਰੇ ਉਹਨਾਂ ਦੇ ਨੇੜੇ ਆ ਗਏ। ਸਨੇ ਸਨੇ ਸਭ ਬ੍ਰਿਖ ਬਨਿਕਾਰੇ। ਮਹਾਰਾਜ ਜੀ ਨੇ ਸਹਿਜੇ ਸਹਿਜੇ ਬਲਦ ਬਾਹਰ ਨੂੰ ਕੱਢੇ। ਉੱਪਰ ਤੋਂ ਪੈ ਕੀਨਸ ਤਿਆਰੇ। ਉਧਰ ਗੁਰੂ ਸਾਹਿਬ ਨੇ ਜਿੱਧਰੋਂ ਬਲਦ ਕੱਢੇ ਸੀ ਨਾ, ਉੱਚਾ ਮੋਰਚਾ ਸੀ ਮਹਾਰਾਜ ਜੀ ਦਾ, ਉੱਥੇ ਸਤਿਗੁਰੂ ਜੀ ਆ ਗਏ। ਜਿੱਥੋਂ ਪਹਿਲਾਂ ਤੋਪਾਂ ਚਲਾਈਆਂ ਸੀ ਨਾ, ਤੇ ਮਹਾਰਾਜ ਜੀ ਨੇ ਤੋਪਾਂ ਵੀ ਉੱਤੇ ਚੜਵਾ ਦਿੱਤੀਆਂ। ਸਿੰਘਾਂ ਨੂੰ ਕਿਹਾ ਵੀ ਤੋਪਾਂ ਚਾੜ ਦਿਓ, ਬਲਦ ਬਾਹਰ ਨਿਕਲਣੇ ਨੇ ਤੇ ਦੁਸ਼ਮਣਾਂ ਨੇ ਇਹਨਾਂ ਨੂੰ ਲੁੱਟਣ ਵਾਸਤੇ ਆਉਣਾ। ਜਦੋਂ ਆਉਣਗੇ ਤੇ ਫਿਰ ਇਹ ਤੋਪਾਂ ਦੇ ਗੋਲਿਆਂ ਨਾਲ ਇਹਨਾਂ ਨੂੰ ਦੱਸਣਾ ਵੀ ਕਿਵੇਂ ਤੁਸੀਂ ਧਰਮ ਤੋਂ ਭ੍ਰਸ਼ਟ ਹੋ, ਹੁਣ ਕਿਵੇਂ ਮਾਰਾਂਗੇ ਤੁਹਾਨੂੰ। ਕਿੱਡੀ ਵੱਡੀ ਨੀਤੀ ਮਹਾਰਾਜ ਸੱਚੇ ਪਾਤਸ਼ਾਹ ਜੰਗ ਦੀ ਵਰਤ ਰਹੇ ਨੇ, ਔਰ ਸਿੰਘਾਂ ਨੂੰ ਕੈਸੀ ਸਿੱਖਿਆ ਸਿਖਾ ਰਹੇ ਨੇ ਕਿ ਦਗੇਬਾਜ਼ਾਂ ਦਾ ਦਗਾ ਹੀ ਕਿਵੇਂ ਉਹਨਾਂ ਤੇ ਉਲਟਾ ਹੋ ਕੇ ਪੈ ਕੇ ਉਹਨਾਂ ਨੂੰ ਮਾਰਦਾ ਹੈ। ਪਾਪੀ ਕੋ ਮਾਰਨੇ ਕੋ ਪਾਪੀ ਕੋ ਪਾਪ ਹੀ ਮਹਾਬਲੀ ਹੈ। ਪਾਪੀ ਨੂੰ ਮਾਰਨਾ ਨਹੀਂ ਪੈਂਦਾ, ਉਹਦਾ ਪਾਪ ਹੀ ਉਹਨੂੰ ਮਾਰ ਦਿੰਦਾ ਹੈ। ਤੋ ਉਸ ਵਕਤ ਮਹਾਰਾਜ ਜੀ ਨੇ ਖੇਡ ਵਰਤਾਈ। ਜਿਹੜੀਆਂ ਤੋਪਾਂ ਸੀ ਉੱਚੇ ਮੋਰਚੇ ਤੇ ਮਹਾਰਾਜ ਜੀ ਨੇ ਚੜਾ ਲਈਆਂ ਤੇ ਬਲਦ ਵੀ ਉੱਥੋਂ ਹੀ ਬਾਹਰ ਨੂੰ ਕੱਢੇ। ਬਹੁ ਜਵਾਲਾ ਬਮਨੀ ਗਹਿ ਹਾਥ। ਬੰਦੂਕਾਂ ਸਿੰਘਾਂ ਨੇ ਤਿਆਰ ਰੱਖੀਆਂ, ਗੋਲੀਆਂ ਭਰੀਆਂ ਹੋਈਆਂ ਨੇ। ਖਰੇ ਕਰੇ ਤਹਿ
ਸਿੰਘ ਗਨਨਾਥ। ਮਹਾਰਾਜ ਜੀ ਨੇ ਸਾਰੇ ਸਿੰਘ ਤਿਆਰ ਬਰ ਤਿਆਰ ਕਰਕੇ ਖੜੇ ਕਰ ਦਿੱਤੇ। ਆਪੇ ਅਨੰਦਪੁਰੇ ਚੱਲ ਬੈਸੇ। ਆਪ ਵੀ ਮਹਾਰਾਜ ਜੀ ਉੱਚੇ ਥਾਂ ਕੇ ਆ ਕੇ ਬੈਠ ਗਏ। ਰਾਤ ਦਾ ਸਮਾਂ, ਕਪਟੀ ਹਤੈ ਪਿਖਨ ਕੋ ਤੈਸੇ। ਮਹਾਰਾਜ ਜੀ ਵੇਖਣ ਆਏ ਨੇ ਵੀ ਨਾ ਕਪਟੀਆਂ ਨੂੰ ਹੁਣ ਮਾਰਨਾ ਹੈ। ਆਕਟ ਚਾਲੇ ਬ੍ਰਿੰਦ ਲਬਾਨੇ। ਕਹਿੰਦੇ ਜਿਹੜੇ ਉਹ ਕਿਉਂਕਿ ਢੋਆ ਢਵਾਈ ਦਾ ਕੰਮ ਵਣਜਾਰੇ ਤੇ ਲੁਬਾਣੇ ਕਰਿਆ ਕਰਦੇ ਸੀ। ਜਿੰਨਾ ਅੱਜ ਕੱਲ ਜਿਵੇਂ ਟਰਾਂਸਪੋਰਟ ਹੁੰਦੀ ਹੈ, ਉਦੋਂ ਬਲਦਾਂ ਨਾਲ ਹੀ ਟਰਾਂਸਪੋਰਟ ਹੁੰਦੀ ਸੀ, ਢੋਆ ਢਵਾਈ ਸੀ, ਤੇ ਉਹ ਜ਼ਿਆਦਾ ਉਹ ਕੰਮ ਵਣਜਾਰੇ ਤੇ ਲੁਬਾਣੇ, ਮੱਖਣ ਸ਼ਾਹ ਲੁਬਾਣੇ ਦਾ ਵੀ ਇਹੀ ਕੰਮ ਸੀ, ਲੱਖੀ ਸ਼ਾਹ ਵਣਜਾਰੇ ਦਾ। ਉਹ ਇਦਾਂ ਹੀ ਬਲਦ ਸਨ, ਹਜ਼ਾਰਾਂ ਦੀ ਗਿਣਤੀ 'ਚ ਗੱਡੇ ਹੁੰਦੇ ਸੀ ਉੱਤੇ ਸਮਾਨ। ਉਹ ਬਲਦਾਂ ਨੂੰ ਬਾਹਰ ਹੱਕਣ ਵਾਲੇ ਜਿਹੜੇ ਵਗੈਰਾ ਵਣਜਾਰੇ ਸਨ, ਉਹ ਆ ਗਏ। ਬਸਰਿਓ ਸਭਿਨ ਪ੍ਰਕਾਸ਼ ਮਹਾਨੇ। ਹੁਣ ਚਾਰੇ ਪਾਸੇ ਮਸ਼ਾਲਾਂ ਦੀ ਰੋਸ਼ਨੀ ਬਲਦੀ ਨਜ਼ਰ ਆਉਂਦੀ ਹੈ। ਰਾਜਨ ਕੀ ਸਿਪਾਹ ਗਨ ਆਈ। ਉਧਰੋਂ ਰਾਜਿਆਂ ਦੀਆਂ ਫੌਜਾਂ ਜਿਹੜੀਆਂ ਸਾਨੂੰ ਅੱਗੇ ਆ ਗਈਆਂ, ਸਨੇ ਸਨੇ ਦੇਖਤ ਨਿਕਟਾਈ। ਹੌਲੇ ਹੌਲੇ ਕਰਕੇ ਨੇੜੇ ਆ ਗਏ। ਖੀਨ ਖਾਬ ਕੀ ਚਮਕਤ ਜ਼ਰੀ। ਉਧਰ ਜਿਹੜੇ ਖੀਨ ਖਾਬ ਪਾਏ ਹੋਏ ਜਰੀਦਾਰ ਕੱਪੜੇ ਪਾਏ ਹੋਏ ਸੀ ਬਲਦਾਂ ਦੇ ਉੱਤੇ, ਉਹ ਚਮਕਦੇ ਨੇ। ਜਾਨੀ ਦੌਲਤ ਅਚਰਜ ਭਰੀ। ਉਹਨਾਂ ਨੂੰ ਹੁਣ ਏਦਾਂ ਜਾਪੇ ਵੀ ਇਹ ਦੌਲਤ ਹੀ ਚਮਕ ਰਹੀ ਹੈ, ਹੀਰੇ ਮੋਤੀ ਚਮਕ ਰਹੇ ਨੇ। ਕੰਚਨ ਚਾਂਦੀ ਹੋਏ ਜਵਾਹਰ। ਇਹ ਕੰਚਨ ਸੋਨਾ ਚਾਂਦੀ ਜਵਾਹਰਾਤ ਨੇ ਜਿਹੜੇ ਚਮਕਦੇ ਹਨ। ਵਿਖਿਅਤ ਬਟ ਪ੍ਰਭਾਉ ਹੀ ਜ਼ਾਹਰ। ਕਹਿੰਦੇ ਵੇਖੋ ਦੂਰੋਂ ਹੀ ਕਿਵੇਂ ਚਮਕਦੇ ਨੇ, ਕਿੰਨੀ ਰੋਸ਼ਨੀ ਹੈ। ਰਾਤ ਦਾ ਸਮਾਂ ਸੀ, ਮਸ਼ਾਲਾਂ ਦੀ ਰੋਸ਼ਨੀ ਨਾਲ ਉਹ ਚਮਕਦੀਆਂ, ਤਾਂ ਉਹ ਜਰੀਦਾਰ ਕੱਪੜੇ ਜਿਹੜੇ ਉਹ ਚਮਕਦੇ ਸੀ, ਉਹਨਾਂ ਨੂੰ ਦੂਰੋਂ ਦਿਸਦੇ। ਕਹਿੰਦੇ ਵੇਖੋ ਕਿਵੇਂ ਸੋਨਾ ਚਾਂਦੀ ਚਮਕ ਰਿਹਾ ਹੈ। ਸੁਨ ਰਾਜਨ ਪੀ ਧਰਮ ਬਿਸਾਰਾ। ਰਾਜਿਆਂ ਨੇ ਆਪਣਾ ਧਰਮ ਛੱਡ ਦਿੱਤਾ, ਮਰਾਵਨ ਈਮਾਨ ਕੋ ਹਾਰਾ। ਔਰ ਉਹ ਜਿਹੜੇ ਉਮਰਾਵ ਸੀ ਉਹਨਾਂ ਨੇ ਆਪਣਾ ਈਮਾਨ ਹਾਰ ਦਿੱਤਾ। ਸਪਤ ਮਾਸ ਦੁਖ ਪਾਵਤ ਰਹੇ। 7 ਮਹੀਨੇ ਕਹਿੰਦੇ ਹੋ ਗਏ ਨੇ ਸਾਨੂੰ ਦੁਖੀ ਹੋਇਆ, ਬਾਹਰ ਘੇਰਾ ਪਾ ਕੇ ਬੈਠਿਆਂ। ਦਰਤ ਹਜ਼ਾਰੋ ਮ੍ਰਿਤ ਕੋ ਲਹੇ। ਹਜ਼ਾਰਾਂ ਬੰਦੇ ਸਾਡੇ ਲੜ ਕੇ ਮਾਰੇ ਗਏ ਨੇ, ਦਰਬ ਕਰੋ ਰਹ ਵਿੱਚ ਤੇ ਚਾਲਾ। ਤੇ ਸਾਡਾ ਹਜ਼ਾਰਾਂ ਰੁਪਈਆ ਪਹਿਲਾਂ ਖਰਾਬ ਹੋਇਆ, ਤੇ ਅੱਜ ਮੌਕਾ ਮਿਲਿਆ ਵੀ ਹੁਣ ਤੱਕ ਜਿੰਨਾ ਨੁਕਸਾਨ ਆਇਆ ਉਹਦੀ ਭਰਪਾਈ ਕਰੀਏ। 1 ਕਰੋੜਾਂ ਰੁਪਈਆ ਜਾ ਰਿਹਾ ਗੁਰੂ ਜੀ ਦਾ, ਸਾਡੇ ਚੋਂ ਨਿਕਲ ਕੇ ਕਿਵੇਂ ਚਲਾ ਜਾਏਗਾ? 1 ਕਰੋੜਾਂ ਰੁਪਈਆ ਜਾ ਰਿਹਾ ਹੈ, ਇਹ ਹੁਣ ਸਾਡੇ ਚੋਂ ਨਿਕਲ ਕੇ ਕਿਵੇਂ ਜਾਏਗਾ? ਜਿਸ ਤੇ ਤ੍ਰਿਪਤੈ ਸੈਨ ਬਿਸਾਲਾ। ਸਾਡੀ ਸਾਰੀ ਫੌਜ ਰੱਜ ਜਾਏਗੀ, ਸਾਡੀ ਜਿੰਨੀ ਹੁਣ ਤੱਕ ਸਾਡਾ ਨੁਕਸਾਨ ਹੋਇਆ ਉਹ ਨੁਕਸਾਨ ਪੂਰਾ ਹੋ ਜਾਏਗਾ। ਖਾਲੀ ਦੁਰਗ ਰਹੇ ਕਿਆ ਲੈ ਹੈ। ਔਰ ਜੇ ਗੁਰੂ ਸਾਹਿਬ ਦਾ ਕਿਲਾ ਖਾਲੀ ਹੋ ਗਿਆ ਤੇ ਉਹ ਚਲੇ ਗਏ, ਤੇ ਖਾਲੀ ਕਿਲੇ 'ਚੋਂ ਅਸੀਂ ਕੀ ਲੈਣਾ? ਜੇ ਖਜ਼ਾਨਾ ਹੀ ਉਹਨਾਂ ਦਾ ਨਿਕਲ ਗਿਆ ਤੇ ਬਾਅਦ 'ਚ ਖਾਲੀ ਕਿਲੇ ਤੇ ਅਸੀਂ ਚਲੇ ਵੀ ਗਏ, ਉੱਥੋਂ ਸਾਨੂੰ ਕੀ ਲੱਭਣਾ ਤੇ ਕੀ ਮਿਲਣਾ? ਚੜ੍ਹੇ ਗੁਰੂ ਕਿਸ ਦੇਸ਼ ਸਿਧ ਹੈ। ਗੁਰੂ ਜੀ ਨੇ ਤਾਂ ਚੜ੍ਹ ਕੇ ਕਿਸੇ ਦੇਸ਼ ਨੂੰ ਚਲਿਆ ਜਾਣਾ। ਵਧਿਓ ਲੋਭ ਮਨ ਬਿਖੈ ਕਨੇਰਾ। ਏਦਾਂ ਲੋਭ ਵੱਧ ਗਿਆ, ਅੰਦਰ ਲਾਲਚ ਵੱਧ ਗਿਆ। ਮਨ 'ਚ ਸੋਨੇ ਚਾਂਦੀ ਦੀ ਭੁੱਖ ਸੀ, ਉਹ ਗੋਣਾ ਦੇ ਉੱਤੇ ਜੇ ਉੱਤੇ ਪਿਆ ਹੋਇਆ ਜਿਹੜੇ ਦੁਸ਼ਾਲੇ ਚਮਕਦੇ ਨੇ, ਉਹ ਇਹਨਾਂ ਨੂੰ ਸੋਨਾ ਚਾਂਦੀ ਨਜ਼ਰ ਆਉਂਦੇ, ਕਿਉਂਕਿ ਸਤਿਗੁਰੂ ਜੀ ਵਿਖਾਈ ਹੋ ਰਹੇ ਨੇ ਜੋ ਇਹ ਵੇਖਣਾ ਚਾਹੁੰਦੇ ਸਨ। ਧਰਮ ਈਮਾਨ ਹਤਿਓ ਤਿਸ ਬੇਰਾ। ਉਸੇ ਵੇਲੇ ਆਪਣਾ ਧਰਮ ਆਪਣਾ ਈਮਾਨ ਜਿਹੜੀਆਂ ਕਸਮਾਂ ਖਾਧੀਆਂ ਸੀ, ਉਹ ਕਸਮਾਂ ਇਹਨਾਂ ਨੇ ਤੋੜ ਦਿੱਤੀਆਂ। ਸ਼ਿਵ ਠਾਕਰ ਅਰ ਕਸਮ ਕੁਰਾਨਾ। ਜਿਹੜੀਆਂ ਸ਼ਿਵ ਠਾਕੁਰ ਤੇ ਕੁਰਾਨ ਦੀਆਂ ਕਸਮਾਂ ਖਾਧੀਆਂ ਸੀ, ਪਿਓ ਲੋਭ ਦਇਓ ਕਰਹਾਨਾ। ਉਹ ਸਾਰੀਆਂ ਕਸਮਾਂ ਤੋੜਦਿਆਂ ਇਹਨਾਂ ਨੇ ਦੇਰੀ ਨਹੀਂ ਲਾਈ। ਲੋਭ ਤੇ ਲਾਲਚ ਦੀ ਬਿਰਤੀ ਅੰਦਰ ਵੱਧ ਗਈ। ਲੋਭ ਜਿਹੜਾ ਹੈ ਉਹ ਸਾਰੇ ਪਾਪਾਂ ਦੀ ਜੜ ਹੈ। ਕਿਸੇ ਪੁੱਛਿਆ ਕਿ ਪਾਪਾਂ ਦਾ ਬਾਪ ਕੌਣ ਹੈ, ਪਾਪ ਦਾ ਬਾਪ ਕੌਣ ਹੈ, ਤਾਂ ਕਹਿੰਦੇ ਪਾਪ ਦਾ ਬਾਪ ਲੋਭ ਹੈ। ਜਿੱਥੇ ਲੋਭ ਹੋਵੇਗਾ ਉੱਥੇ ਪਾਪ ਹੋਵੇਗਾ। ਜਿੱਥੇ ਲੋਭ ਹੈ ਉੱਥੇ ਪਾਪ ਦੀ ਬਿਰਤੀ ਆਉਣੀ ਸੀ। ਪਾਪ ਧਰਮ ਕਸਮ ਤੋੜਨੀ, ਆਪਣੇ ਦੀਨ ਇਮਾਨ ਦੀ ਖਾ ਕੇ ਵੀ ਆਪਣੇ ਧਰਮ ਗ੍ਰੰਥਾਂ ਦੀਆਂ ਕਸਮਾਂ ਇਹਨਾਂ ਨੇ ਖਾਧੀਆਂ। ਆਪਣੇ ਇਸ਼ਟਾਂ ਦੀ ਕਸਮ ਖਾਧੀ, ਫਿਰ ਤੋੜ ਰਹੇ ਨੇ ਲਾਲਚ ਵਸ ਹੋ ਕੇ। ਇਹਦੇ ਤੋਂ ਵੱਡਾ ਪਾਪ ਕੀ ਹੋ ਸਕਦਾ? ਆਪਣੇ ਇਸ਼ਟ ਦੀ ਤਾਂ ਸੱਚੀ ਕਸਮ ਖਾਧੀ ਹੋਈ ਵੀ ਗੁਨਾਹਗਾਰ ਸਾਬਤ ਕਰਦੀ ਹੈ, ਤਾਂ ਝੂਠੀਆਂ ਕਸਮਾਂ ਖਾਧੀਆਂ ਤੇ ਫਿਰ ਤੋੜ ਰਹੇ ਨੇ। ਤਾਂ ਉਸ ਵਕਤ ਆਪਣੇ ਈਮਾਨ ਤੋਂ, ਆਪਣੇ ਧਰਮ ਤੋਂ ਇਹ ਡੋਲੇ ਹੋਏ
ਇਸ ਤਰ੍ਹਾਂ ਕਹਿਣ ਲੱਗੇ। ਪਰੇ ਪਹਾੜੀ ਪੂਰਬ ਆਏ, ਉਸੇ ਵਕਤ ਦੌੜੇ, ਪਹਿਲਾਂ ਤੇ ਪਹਾੜੀਏ ਆਏ ਸਭ ਤੋਂ ਅਗਲੇ ਪਾਸਿਓਂ, ਉਹ ਪਹਿਲਾਂ ਅੱਗੇ ਵਧੇ। ਭਇਓ ਰੋਰ ਦਈ ਲੂਟ ਮਚਾਏ, ਇੱਕਦਮ ਜਦੋਂ ਬਲਦ ਆਏ ਨਾ ਨੇੜੇ, ਉਹਨਾਂ ਦੇ ਰੌਲਾ ਪੈ ਗਿਆ, ਕਹਿੰਦੇ ਲੁੱਟ ਲੋ ਬਈ, ਖੋਹ ਲੋ ਗੁਰੂ ਜੀ ਦਾ ਜਿਹੜਾ ਖਜ਼ਾਨਾ ਆ ਰਿਹਾ। ਏਡਾ ਵੱਡਾ ਖਜ਼ਾਨਾ ਅਸੀਂ ਆਪਣੇ ਚੋਂ ਕਿਵੇਂ ਆਪਣੇ ਹੱਥੋਂ ਲੰਘਣ ਦੇ ਦਈਏ? ਅਸੀਂ ਹੁਣ ਤੱਕ ਇੰਨਾ ਨੁਕਸਾਨ ਸਹਾਰਿਆ। ਪਹਾੜੀਏ ਕਹਿਣ ਸਾਡਾ ਸਭ ਤੋਂ ਵੱਧ ਨੁਕਸਾਨ ਹੋਇਆ, ਸਾਡੇ ਤਾਂ ਰਾਜ ਉੱਜੜ ਗਏ ਨੇ, ਸਾਡੀਆਂ ਫਸਲਾਂ ਤਬਾਹ ਹੋ ਗਈਆਂ ਨੇ। ਹੁਣ ਇਹ ਮੌਕਾ ਆਪਣਾ ਜਿੰਨਾ ਨੁਕਸਾਨ ਹੋਇਆ ਉਹਦੀ ਭਰਪਾਈ ਕਰ ਲਈਏ। ਤੋ ਪਹਾੜੀਏ ਜਿਹੜੇ ਸਨ ਉਹ ਸਭ ਤੋਂ ਪਹਿਲਾਂ ਆਪਣੀਆਂ ਕਸਮਾਂ ਤੋੜ ਕੇ ਆਏ। ਮਿਲ ਮਿਲ ਨਰ 10 20 ਕੇ 40, ਕਿਤੇ 40 ਬੰਦੇ, ਕਿਤੇ 50 ਬੰਦੇ, ਕਿਤੇ 20, ਕਿਤੇ 100, ਏਦਾਂ ਇਕੱਠੇ ਹੋ ਕੇ ਆਏ। ਬ੍ਰਿਖ ਬਸਹਿਤ ਸਭ ਗੋਨ ਸੰਭਾਲੀ, ਜਿਹੜੇ ਬਲਦ ਲੱਦੇ ਹੋਏ ਸੀ ਉਹ ਇੱਕ ਇੱਕ ਕਿਸੇ ਦੇ ਕਾਬੂ, 10-20 ਬੰਦਿਆਂ ਦੇ ਇੱਕ ਬਲਦ ਕਾਬੂ ਆਇਆ, ਕਿਸੇ ਦੇ 2 ਬਲਦ ਕਾਬੂ ਆਏ। ਉਹ ਉੱਤੇ ਗੜੀਆਂ ਗੋਣਾ ਲੱਦੀਆਂ ਹੋਈਆਂ ਸੀ, ਉਹਨਾਂ ਦੇ ਸਮੇਤ ਹੀ ਬਲਦ ਖੋਹ ਕੇ ਲੈ ਗਏ। ਬਣਜਾਰੇ ਆਖਣ ਸਾਡੇ ਨੇ ਜਿਹੜੋ ਲਈ ਜਾਂਦੇ ਸੀ, ਉਹ ਕਹਿੰਦੇ ਦੇ ਦਿਆਂਗੇ ਕੱਲ ਨੂੰ ਦਿਨ ਚੜ੍ਹਦਿਆਂ, ਜਿਹੜਾ ਉੱਤੇ ਸਮਾਨ ਹੈ ਸਾਨੂੰ ਤਾਂ ਉਹ ਚਾਹੀਦਾ। ਤਾਂ ਉਹ ਗੋਣਾ ਦੇ ਸਮੇਤ ਜਿਹੜੇ ਬਲਦ ਸਨ ਖੋ ਕੇ ਲਿਜਾਣ ਲੱਗੇ। ਤਿੰਨ ਪਰ 60 ਕੇ 100 ਮਿਲ ਆਏ, ਕਦੇ ਇੱਕ ਬਲਦ ਦੇ ਉੱਤੇ 60 ਬੰਦਾ ਚੜ ਕੇ ਆ ਗਿਆ, ਕਿਤੇ 100 ਚੜ ਕੇ ਆ ਗਿਆ। ਕਰ ਬਲ ਬਾਹਨ ਛੀਨਤ ਜਾਏ, ਔਰ ਆਪਣੀਆਂ ਬਾਹਾਂ ਦੇ ਬਲ ਨਾਲ ਬਲਦਾਂ ਨੂੰ ਖੋ ਕੇ ਲੈ ਕੇ ਜਾਂਦੇ ਨੇ। ਸੋਨੇ ਦੇ ਤੇ ਲੜਨ ਜੜ ਲਾਗੇ, ਫਿਰ ਅੱਗੋਂ ਜੇ ਕੋਈ ਦੂਜਾ ਆਉਂਦਾ ਲੁੱਟਣ ਤੇ ਧੜੇ ਬਣ ਗਏ, ਆਪੋ ਤਾਪੀ ਪੈ ਗਈ ਨਾ, ਆਪਸ ਵਿੱਚ ਹੀ ਲੜਨ ਲੱਗੇ। ਉਹ ਕਹੇ ਮੈਂ ਪਹਿਲਾਂ ਵੇਖਿਆ, ਕਹਿੰਦੇ ਵੇਖਣ ਦਾ ਕੀ ਆ, ਫੜਿਆ ਤਾਂ ਅਸੀਂ ਆ ਪਹਿਲਾਂ। ਉਹ ਕਹਿੰਦੇ ਹੁਣ ਅਸੀਂ ਫੜ ਲਿਆ। ਆਪਸ ਵਿੱਚ ਹੀ ਲੜਨ ਲੱਗੇ, ਖੋਣ ਲੱਗੇ ਇੱਕ ਦੂਜੇ ਕੋਲੋਂ। ਸ਼ਸਤਰ ਪਰੇ ਚੱਲ ਕੇ ਟਿਕ ਭਾਗੇ, ਗੱਲ ਕੀ ਵੀ ਫਿਰ ਤਾਂ ਤਲਵਾਰਾਂ ਕੱਢ ਲਈਆਂ ਇਹਨਾਂ ਨੇ ਆਪਸ ਵਿੱਚ ਹੀ। ਉਧਰੋਂ ਪਹਾੜੀ, ਉਧਰੋਂ ਤੁਰਕ ਵੀ ਆ ਗਏ। ਉਹ ਆਖਣ ਅਸੀਂ ਲੈ ਕੇ ਜਾਣੇ, ਪਹਾੜੀ ਇਹ ਕਹਿਣ ਅਸੀਂ ਲੈ ਕੇ ਜਾਣੇ ਨੇ। ਆਪਸ ਵਿੱਚ ਹੀ ਹੁਣ ਵੱਢਣ ਲੱਗੇ। ਜਿਹੜਾ ਤਲਵਾਰ ਦਾ ਜ਼ੋਰ ਵਿਖਾ ਲੈਂਦਾ ਉਹ ਲੈ ਜਾਂਦਾ। ਪਰਿਓ ਰੌਰ ਕੋ ਸਨ ਲਗ ਸੁਨੀਅਤ, ਇੰਨਾ ਰੌਲਾ ਪਿਆ, ਇੰਨਾ ਸ਼ੋਰ ਪਿਆ ਕਿ ਉਹ ਸ਼ੋਰ ਕੋਹਾਂ ਤੱਕ ਦੂਰ ਸੁਣਾਈ ਦਿੰਦਾ। ਜਨ ਸਮੁੰਦਰ ਮਥ ਬੇਕਹੁ ਜਨੀਅਤ, ਕਹਿੰਦੇ ਏਦਾਂ ਜਾਪਦਾ ਵੀ ਜਿਵੇਂ ਸਮੁੰਦਰ ਰਿੜਕਦਾ ਹੋਵੇ ਨਾ, ਤੇ ਸਮੁੰਦਰ ਕਿੱਡਾ ਵੱਡਾ ਹੁੰਦਾ ਤੇ ਉਹਦੇ ਰਿੜਕਣ ਦੀ ਆਵਾਜ਼ ਆਉਂਦੀ ਹੈ। ਕਹਿੰਦੇ ਏਦਾਂ ਆਵਾਜ਼ ਆਉਂਦੀ ਹੈ। ਜਬ ਆਪਸ ਮੈਂ ਰਾਰ ਮਚਾਈ, ਆਪਸ ਵਿੱਚ ਹੀ ਜਦੋਂ ਲੜ ਪਏ, ਆਪਸ ਵਿੱਚ ਹੀ ਝਗੜ ਪਏ। ਅਬਯੂ ਪਰ ਤੇ ਤੋਪ ਚਲਾਈ, ਉਧਰ ਗੁਰੂ ਪਾਤਸ਼ਾਹ ਨੇ ਵੇਖਿਆ, ਜਿਹੜੇ ਕਹਿੰਦੇ ਸੀ ਨਾ ਸਿੰਘ ਮਹਾਰਾਜ ਜੀ ਆਪਾਂ ਚੱਲੀਏ, ਮਹਾਰਾਜ ਜੀ ਕਹਿੰਦੇ ਵੇਖੋ ਬਈ ਹੁਣ ਤੁਹਾਡੇ ਸਾਹਮਣੇ, ਜੇ ਆਪਾਂ ਨਾਲ ਜਾਂਦੇ ਤੇ ਕੀ ਕਰਦੇ, ਵੇਖ ਲਓ ਇਹਨਾਂ ਦੀਆਂ ਕਸਮਾਂ। ਤੁਹਾਨੂੰ ਇਹਨਾਂ ਦੀਆਂ ਕਸਮਾਂ ਤੇ ਯਕੀਨ ਹੈ, ਸਾਨੂੰ ਨਹੀਂ, ਅਸੀਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਸੀ। ਇਹ ਹੁਣ ਆਪਣਾ ਧਰਮ ਹਾਰ ਗਏ ਨੇ, ਤੇ ਆਪਣੇ ਧਰਮ ਤੋਂ ਹਾਰਿਆਂ ਹੋਇਆਂ ਨੂੰ ਜੀਵਨ ਦਾ ਕੋਈ ਹੱਕ ਹੈ? ਸਿੰਘ ਕਹਿੰਦੇ ਮਹਾਰਾਜ ਨਹੀਂ। ਤੋਪਚੀ ਨੂੰ ਇਸ਼ਾਰਾ ਕੀਤਾ, ਫਿਰ ਚਲਾਓ ਗੋਲੇ। ਤੋਪਾਂ ਤੋਪਚੀਆਂ ਨੇ ਪਹਿਲਾਂ ਹੀ ਉਧਰ ਬਾਗਣ, ਮਹਾਰਾਜ ਜੀ ਦੀ ਤੋਪ ਸੀ, ਉਹ ਭਰ ਕੇ ਰੱਖੀ ਹੋਈ। ਇੱਕ ਬਿਜ ਘੋਖ ਸੀ ਤੋਪ, ਉਹ ਵੀ ਭਰ ਕੇ ਰੱਖੀ ਹੋਈ। ਵੱਡੀਆਂ ਬੰਦੂਕਾਂ ਸਨ, ਉਹ ਭਰੀਆਂ ਹੋਈਆਂ ਸਿੰਘਾਂ ਨੇ। ਮਹਾਰਾਜ ਜੀ ਨੇ ਇਸ਼ਾਰਾ ਕੀਤਾ ਤੇ ਉਹ ਚਲਾ ਦਿੱਤੀਆਂ। ਗਾਜਤ ਗਾਜ ਸਮਾਨ ਮਹਾਨੀ, ਜਿਵੇਂ ਬਿਜਲੀ ਦੀ ਗਾਜ ਪੈਂਦੀ ਹੈ ਨਾ, ਬਿਜਲੀ ਦੀ ਗਾਜ ਵਾਂਗੂ ਕਹਿੰਦੇ ਤੋਪਾਂ ਗਰਜੀਆਂ ਹਨ। ਕਰੇ ਛਤਰ ਸਮੁਦਾਏ ਸੁਹਾਨੀ, ਉਹ ਜਿਹੜੇ ਸਾਹਮਣੇ ਦੁਸ਼ਮਣ ਸਨ, ਉਧਰ ਜਿਹੜੀਆਂ ਮਸ਼ਾਲਾਂ, ਕਿਉਂਕਿ ਜਿੱਧਰ ਲੈ ਕੇ ਜਾਂਦੇ ਸੀ ਪਤਾ ਲੱਗਦਾ ਸੀ ਬਲਦਾਂ ਦੇ ਮਸ਼ਾਲਾਂ ਬੱਧੀਆਂ ਹੋਈਆਂ, ਉਹ ਮਸ਼ਾਲਾਂ ਦੀ ਰੋਸ਼ਨੀ ਨਾਲ ਦੁਸ਼ਮਣ ਦਿਸਦਾ ਸੀ ਸਾਰਾ, ਤੇ ਨਿਸ਼ਾਨਾ ਲਾਣਾ ਬੜਾ ਸੌਖਾ ਸੀ। ਦੇਵਨੇਤ ਖੇਡ ਹੀ ਇਹੋ ਜਿਹੀ ਬਣ ਗਈ। ਜਿੱਧਰ ਬਲਦ ਲੈ ਕੇ ਜਾਇਆ ਕਰਨ, ਉਹਨਾਂ ਦੀਆਂ ਮਸ਼ਾਲਾਂ ਨਾਲ ਰੋਸ਼ਨੀ ਹੋਇਆ ਕਰੇ, ਉੱਥੇ ਹੀ ਗੋਲਾ ਮਾਰਿਆ ਕਰੇ ਸਿੰਘ, ਜਿੱਥੇ ਹੁੰਦਾ ਸੀ ਉੱਥੇ ਆ ਨਿਸ਼ਾਨਾ ਲਾਉਣਾ।
ਤੇ ਮਾਰ ਕੇ ਅਨੇਕਾਂ ਨੂੰ ਮਿੱਟੀ 'ਚ ਗਰਕ ਕਰ ਦਿੱਤਾ। ਲਗੀ ਹੋਣ ਗੋਰਨ ਕੀ ਮਾਰ, ਗੋਲਿਆਂ ਦੀ ਮਾਰ ਹੋਣ ਲੱਗੀ, ਗੋਲੀਆਂ ਚੱਲਣ ਲੱਗੀਆਂ। ਜਿਸ ਤੇ ਮਰੇ ਹਜ਼ਾਰ ਜੁਝਾਰ, ਸੈਂਕੜੇ ਯੋਧੇ ਜਿਹੜੇ ਤੁਰਕਾਂ ਦੇ ਤੇ ਪਹਾੜੀਆਂ ਦੇ ਮਰਨ ਲੱਗੇ। ਕੁਛ ਆਪਸ ਮੈਂ ਮੂਰਖ ਮਰੇ, ਕਈ ਮੂਰਖ ਆਪਸ 'ਚ ਲੜ ਕੇ ਮਰ ਗਏ, ਇੱਕ ਦੂਜੇ ਕੋਲ ਬਲਦ ਖੋਂਦੇ ਹੀ ਮਰ ਗਏ। ਕੁਛ ਸਤਿਗੁਰੂ ਮਾਰ ਅਰ ਹਰੇ, ਕੁਝ ਮਹਾਰਾਜ ਜੀ ਨੇ ਮਾਰ ਦਿੱਤੇ, ਯਾਨੀ ਕਿ ਸਤਿਗੁਰਾਂ ਵੱਲੋਂ ਚੱਲੇ ਜਿਹੜੇ ਗੋਲੇ ਸਨ ਉਹਨਾਂ ਨਾਲ ਮਰ ਗਏ। ਲੈ ਗੋਣ ਗਏ ਨਿਜ ਡੇਰੇ, ਉਹ ਗੋਣਾ ਉੱਤੇ ਕਈਆਂ ਨੇ ਨਾ ਗੋਣਾ ਲਾ ਲੀਆਂ, ਉੱਤੋਂ ਬਲਦ ਛੱਡ ਦਿੱਤੇ। ਉੱਪਰ ਜਿਹੜੀਆਂ ਪੰਡਾਂ ਲੱਦੀਆਂ ਹੋਈਆਂ ਸੀ ਗੋਣਾ, ਉਹ ਲਾ ਕੇ ਤਿੰਨ ਚਾਰ ਜਣਿਆਂ ਨੇ ਉਹ ਚੁੱਕ ਕੇ ਲੈ ਗਏ ਆਪੋ ਆਪਣੇ ਡੇਰਿਆਂ ਤੇ। ਜਿੱਥੇ ਤੰਬੂ ਸੀ ਨਾ, ਕਹਿੰਦੇ ਲੁਕਾ ਲੈਨੇ ਆਪਣੇ ਕੋਲ ਜਾ ਕੇ। ਉਹ ਆਪਣੇ ਤੰਬੂਆਂ ਦੇ ਵਿੱਚ ਜਾ ਕੇ ਲੁਕਾਣ ਲੱਗੇ। ਘਰੇ ਛੁਪਾਏ ਨਹੀਂ ਦ੍ਰਿਗਹੇਰੇ, ਉੱਥੇ ਜਾ ਕੇ ਛੁਪਾ ਕੇ ਰੱਖਦੇ ਨੇ ਵੀ ਕਿਸੇ ਨੂੰ ਨਜ਼ਰ ਨਾ ਆਵੇ, ਕਿਸੇ ਨੂੰ ਪਤਾ ਨਾ ਲੱਗੇ। ਨਿਜ ਮੈਂ ਕਰ ਟਕਰਾਈ, ਔਰ ਫਿਰ ਜਿੱਥੇ ਰੱਖਦੇ ਨੇ ਉੱਥੇ ਫਿਰ ਬੰਦੇ ਵੀ ਬਹਾ ਦਿੰਦੇ ਨੇ ਆਪਣੇ। ਕਹਿੰਦੇ ਤੁਸੀਂ ਇਹ ਗੋਣ ਦੀ ਖਿਆਲ ਰੱਖਿਓ, ਜਿਹੜੀ ਅੰਦਰ ਰੱਖੀ ਆ ਅਸੀਂ ਇੱਕ ਅੱਧੀ ਹੋਰ ਲੈ ਕੇ ਆਉਨੇ। ਅੱਧਿਆਂ ਨੂੰ ਉੱਥੇ ਬਿਠਾ ਜਾਂਦੇ ਤੇ ਅੱਧੇ ਕੁ ਫੇਰ ਜਾਂਦੇ ਆ ਦੂਜੀ ਗੋਣ ਲੈਣ ਵਾਸਤੇ। ਖਾਨ ਪਾਨ ਥਲ ਗੂਨ ਛਪਾਈ, ਕਹਿੰਦੇ ਏਦਾਂ ਜਿਹੜੀਆਂ ਖਾਣ ਪਾਣ ਵਾਲੀਆਂ ਥਾਵਾਂ ਸੀ ਨਾ, ਜਿੱਥੇ ਬਹਿ ਕੇ ਖਾਂਦੇ ਪੀਂਦੇ ਸੀ, ਉਹ ਗੂਣਾ ਕਈਆਂ ਨੇ ਉੱਥੇ ਲਿਆ ਕੇ ਛੁਪਾ ਦਿੱਤੀਆਂ। ਖਾਣ ਪੀਣ ਵਾਲੇ ਸਮਾਨ ਦੇ ਵਿੱਚ ਲਿਆ ਕੇ ਰੱਖ ਲਈਆਂ। ਹੈ ਤਾਂ ਉਹਨਾਂ 'ਚ ਕੀ ਸੀ ਪਿੱਛੇ ਤੁਸੀਂ ਸੁਣੀ ਆਏ ਹੋ। ਉਹ ਗੰਦ ਦੀਆਂ ਭਰੀਆਂ ਗੂਣਾ ਜਿਹੜੀਆਂ ਸਨ, ਜਿੱਥੇ ਖਾਣ ਪੀਣ ਦਾ ਸਮਾਨ ਰੱਖਦੇ, ਕਈਆਂ ਨੇ ਉੱਥੇ ਜਾ ਕੇ ਛੁਪਾ ਦਿੱਤੀਆਂ। ਕਈਆਂ ਨੇ ਜਿੱਥੇ ਪੈਂਦੇ ਸੀ ਨਾ, ਬਿਸਤਰੇ ਸੀ ਇਹਨਾਂ ਦੇ, ਜਿਹੜੇ ਚੰਗੇ ਅਫਸਰਾਂ ਦੇ ਵਧੀਆ ਬਿਸਤਰੇ, ਉੱਥੇ ਬਿਸਤਰਿਆਂ ਦੇ ਥੱਲੇ ਜਾ ਕੇ ਲੁਕਾ ਕੇ ਆਪਣੇ ਜਿਹੜੇ ਬਿਸਤਰੇ ਸਨ ਉੱਤੇ ਪਾ ਦਿੱਤੇ। ਜਹ ਪੂਜਾ ਠਾਕਰ ਕੀ ਕਰੈ, ਕਈਆਂ ਨੇ ਆਖਿਆ ਵੀ ਜਿੱਥੇ ਆਪਾਂ, ਕਈਆਂ ਨੇ ਉੱਥੇ ਨਾ ਠਾਕੁਰ ਰੱਖੇ ਹੋਏ ਆਪਣੇ ਪੂਜਾ ਵਾਸਤੇ, ਉਹ ਪੂਜਾ ਵਾਲੀਆਂ ਜਿਹੜੀਆਂ ਥਾਵਾਂ ਸੀ ਉੱਥੇ ਜਾ ਕੇ ਲੁਕਾਈਆਂ। ਸਾਂਭ ਕਰ ਗੁਪਤੀ ਧਰ ਹੈ, ਸਾਂਭ ਕੇ ਚੋਰੀ ਕਰਕੇ ਰੱਖਦੇ ਨੇ, ਗੁਪਤ ਕਰਕੇ। ਜਾਣੈ ਹਮ ਸਭ ਕਿਛ ਲੈ ਆਏ, ਸੋਚਦੇ ਨੇ ਅਸੀਂ ਸਾਰਾ ਕੁਝ ਹੀ ਲੈ ਆਏ, ਅਸੀਂ ਸਾਡੇ ਹੱਥ ਜ਼ਿਆਦਾ ਖਜ਼ਾਨਾ ਲੱਗਾ, ਏਦਾਂ ਸੋਚਦੇ ਨੇ। ਪੁੱਤਰ ਪੌਤਰ ਲੱਗ ਬੈਠੇ ਖਾਏ, ਕਹਿੰਦੇ ਇੰਨਾ ਆ ਗਿਆ, ਜਿੱਡੀ ਗੋਣ ਕਹਿੰਦੇ ਭਾਰੀ ਬੜੀ ਸੀ, ਵਜਨ ਹੀ ਬੜਾ ਸੀ। ਲਰਨ ਮਰਨ ਸਭ ਲੋ ਅਬ ਭਇਓ, ਕਹਿੰਦੇ ਇੰਨਾ ਕ ਖਜ਼ਾਨਾ ਆ ਗਿਆ ਕਿ ਸਾਡੇ ਪੁੱਤਰ ਖਾਣ ਉਹ ਵੀ ਨਹੀਂ ਮੁੱਕਣਾ, ਸਾਡੇ ਪੋਤਰੇ ਖਾਣ ਉਹ ਵੀ ਨਹੀਂ ਮੁੱਕਣਾ। ਕੋਈ ਕਹੇ ਨਹੀਂ ਜੀ ਇੰਨਾ ਕ ਆ ਗਿਆ ਵੀ ਆਪਣੇ ਪੜਪੋਤਰੇ ਵੀ ਖਾ ਸਕਦੇ ਆ ਅੱਗੋਂ। ਇਹ ਨਹੀਂ ਪਤਾ ਵੀ ਤੁਸੀਂ ਆਪਣਾ ਧਰਮ ਭ੍ਰਸ਼ਟ ਕਰ ਲਿਆ, ਧਰਮ ਤੋਂ ਡਿੱਗ ਗਏ ਹੋ, ਤੇ ਧਰਮ ਤੋਂ ਡਿੱਗਿਆ ਹੋਇਆਂ ਦੀਆਂ ਅੱਗੇ ਵੰਸ਼ਾਂ ਨਹੀਂ ਵੱਧਦੀਆਂ। ਤੁਸੀਂ ਤਾਂ ਗਰਕ ਹੋ ਗਏ ਹੋ। ਹਾਂਜੀ, ਕਾਲੀ ਕਾਲ ਜਟਿਕ ਧਨ ਲਿਓ, ਕਹਿੰਦੇ ਜਿੰਨੀ ਘਾਲਣਾ ਘਾਲੀ ਸੀ ਓਨਾ ਅਸੀਂ ਧਨ ਲੈ ਲਿਆ। ਅਸੀਂ ਇੰਨੀ ਮਿਹਨਤ ਕੀਤੀ ਹੈ, ਵੇਖੋ 7 ਮਹੀਨਿਆਂ ਦੇ ਬੈਠੇ ਆ, ਸਾਡਾ ਮੁੱਲ ਮੋੜ ਦਿੱਤਾ ਰੱਬ ਨੇ। ਰਖੀ ਦੁਰਾਏ ਪਏ ਥਿਰ ਡੇਰੇ, ਏਦਾਂ ਲੁਕਾ ਕੇ ਨਾ ਡੇਰਿਆਂ ਤੇ ਉੱਥੇ ਬਹਿ ਕੇ ਕਹਿੰਦੇ ਹੁਣ ਨਹੀਂ ਆਪਾਂ ਜਾਣਾ ਕਿਤੇ। ਉਹ ਜਿਹੜੀਆਂ ਗੋਣਾ ਭਰੀਆਂ ਹੋਈਆਂ ਸੀ ਉਹ ਲੁਕਾ ਕੇ ਆਪਣੇ ਕੋਲ ਰੱਖ ਲਈਆਂ ਤੇ ਉੱਥੇ ਹੀ ਬਹਿ ਗਏ ਡੇਰਿਆਂ ਤੇ। ਮੁਖ ਤੋਛਨ ਮਨ ਮੁੱਦਤ ਬਡੇਰੇ, ਤੇ ਮੂੰਹ ਤੋਂ ਬਿਲਕੁਲ ਚੁੱਪਚਾਪ ਜੇ ਬੈਠੇ ਨੇ ਤੇ ਮਨ 'ਚ ਬੜੇ ਖੁਸ਼, ਮੂੰਹ ਨਹੀਂ ਕੁਝ ਬੋਲਦੇ। ਕਹਿੰਦੇ ਕਿਤੇ ਦੂਜਿਆਂ ਨੂੰ ਨਾ ਪਤਾ ਲੱਗ ਜੇ, ਲੰਘਦਿਆਂ ਨੂੰ। ਚੁੱਪਚਾਪ ਬੈਠੇ, ਮਨ 'ਚ ਬੜੇ ਖੁਸ਼ ਨੇ। ਮੈਂ ਜਾਣੈ ਮੂਰਖ ਅਲਪਗਿ, ਮੂਰਖ ਅਲਪੱਗ ਇਹ ਨਹੀਂ ਜਾਣਦੇ ਚਾਹੇ ਛਲਿਓ ਗੁਰੂ ਸਰਬੱਗ, ਕਿ ਇਹ ਪਾਪੀ ਅਲਪੱਗ ਸਰਬੱਗ ਸਤਿਗੁਰੂ ਨੂੰ ਛਲਣਾ ਚਾਹੁੰਦੇ ਸਨ। ਅਲਪੱਗ ਸਰਬੱਗ ਨੂੰ ਛਲਣਾ ਚਾਹੁੰਦੇ ਸਨ। ਸੁਮਤ ਨਿਧਾਨ ਗੁਰੂ ਮਨ ਪਾਇਓ, ਸਤਿਗੁਰੂ ਜੀ ਤਾਂ ਸੁਮਤ ਦੇ ਖਜ਼ਾਨੇ ਹਨ, ਮਹਾਰਾਜ ਜੀ ਜਾਣਦੇ ਸਨ। ਅੱਜ ਬਦਕੇ ਪਰ ਦਗਾ ਦਿਖਾਇਓ, ਕਹਿੰਦੇ ਇਹਨਾਂ ਦੇ ਦਗੇ ਉੱਤੇ ਦਗਾ ਵਿਖਾਇਆ, ਯਾਨੀ ਕਿ ਜਿਹੜਾ ਇਹ ਦਗਾ ਇਹਨਾਂ ਨੇ ਕੀਤਾ ਸੀ ਧਰਮ ਦੀਆਂ ਝੂਠੀਆਂ ਕਸਮਾਂ ਖਾ ਕੇ, ਤੇ ਆ ਕੇ ਜਦੋਂ ਲੁੱਟਣ ਆਏ, ਉਹ ਗੰਦਮੰਦ ਮਹਾਰਾਜ ਜੀ ਨੇ ਭੇਜਿਆ ਵੀ ਜੇ ਆ ਕੇ ਲੁੱਟਣਗੇ ਤੇ ਆਪਣਾ ਦਗਾ ਹੀ ਇਹਨਾਂ ਦੇ ਉੱਤੇ ਪੈਣਾ। ਗੁਰੂ ਸਾਹਿਬ ਨੇ ਕੋਈ ਇਹਨਾਂ ਨਾਲ ਦਗਾ ਨਹੀਂ ਕੀਤਾ, ਇਹਨਾਂ ਦਾ ਦਗਾ ਹੀ ਇਹਨਾਂ ਦੇ ਉੱਤੇ ਵਿਖਾਇਆ, ਪ੍ਰਗਟ ਕਰਕੇ ਉਹਨਾਂ ਉੱਤੇ ਹੀ ਪਾਇਆ। ਕਦੇ ਵੀ ਕੋਈ ਦਗਾ ਕਰਦਾ ਨਾ ਕਿਸੇ ਨਾਲ, ਉਹਦੇ ਅੰਦਰ ਇਹ ਭਰਮ ਹੁੰਦਾ ਵੀ ਮੈਂ ਦਗਾ ਦੂਜੇ ਨਾਲ ਕੀਤਾ। ਨਹੀਂ, ਦੂਜੇ ਨਾਲ ਕੀਤਾ ਹੋਇਆ ਦਗਾ ਨਹੀਂ ਆ, ਉਲਟਾ ਆਪਣੇ ਨਾਲ ਉਹ ਦਗਾ ਕਰਦਾ, ਉਹ ਦਗਾ ਉਹਦੇ ਨਾਲ ਹੀ ਹੁੰਦਾ, ਦੂਜੇ ਦਾ ਕੀ ਵਿਗੜੇਗਾ।
ਤੋ ਸਤਿਗੁਰੂ ਜੀ ਨੇ ਜਿਹੜਾ ਇਹਨਾਂ ਨੇ ਦਗਾ ਕਮਾਇਆ ਸੀ ਉਹ ਇਹਨਾਂ ਦਾ ਹੀ ਦਗਾ ਇਹਨਾਂ ਦੇ ਉੱਤੇ ਪਾ ਦਿੱਤਾ ਹੈ। ਛਲ ਕੋ ਕਰਤ ਧਰਮ ਛਲਵਾਇਓ। ਇਹ ਛਲ ਕਰਦੇ ਸਨ ਤੇ ਛਲ ਦੇ ਕਰਦਿਆਂ ਆਪਣਾ ਧਰਮ ਗਵਾ ਬੈਠੇ, ਧਰਮ ਭ੍ਰਸ਼ਟ ਕਰਾ ਬੈਠੇ। ਨਰਕ ਉਚਿਤ ਪੇ ਕਛੂ ਨ ਪਾਇਓ। ਤੇ ਧਰਮ ਭ੍ਰਸ਼ਟ ਹੋ ਕੇ ਇਹ ਨਰਕਾਂ ਦੇ ਗਾਮੀ ਬਣ ਗਏ ਤੇ ਹੋਰ ਨਹੀਂ ਕੁਝ ਮਿਲਿਆ। ਇਹ ਜਿਹੜੀਆਂ ਗੋਣਾ ਲਿਆਏ ਨੇ ਨਾ, ਦਰਅਸਲ ਇਹ ਗੋਣਾ ਨਹੀਂ ਲਿਆਏ, ਇਹ ਆਪਣੇ ਲਈ ਨਰਕਾਂ ਦਾ ਦਰਵਾਜ਼ਾ ਖੋਲ ਕੇ ਆਏ। ਇਹ ਆਪਣੇ ਲਈ ਨਰਕਾਂ ਦੇ ਕੁੰਡ ਖੋਲ ਕੇ ਆਏ ਨੇ ਜਿੱਥੇ ਇਹਨਾਂ ਨੇ ਡਿੱਗਣਾ ਪਾਪੀਆਂ ਨੇ, ਮਲੇਛਾਂ ਨੇ। ਮਹਾਪੁਰਖ ਸੋ ਜੋ ਛਲ ਠਾਨ। ਇੱਕ ਗੱਲ ਚੇਤੇ ਰੱਖਣੀ, ਮਹਾਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਕਹਿ ਰਹੇ ਨੇ, ਕਹਿੰਦੇ ਮਹਾਪੁਰਖ ਨਾਲ ਜੇ ਕੋਈ ਛਲ ਕਰਦਾ, ਕਿਸੇ ਮਹਾਤਮਾ ਨਾਲ, ਕਿਸੇ ਸਾਧੂ ਨਾਲ, ਕਿਸੇ ਗੁਰਸਿੱਖ ਨਾਲ ਜੇ ਕੋਈ ਛਲ ਕਰਦਾ ਹੈ, ਬਾਣੀ ਪੜਨ ਵਾਲੇ ਕਿਸੇ ਗੁਰਮੁਖ ਨਾਲ ਕੋਈ ਛਲ ਕਰਦਾ ਹੈ, ਛਲਿਓ ਜਾਏ ਦੁਐ ਲੋਕ ਸੁਹਾਨੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕਹਿੰਦੇ ਮਹਾਪੁਰਖ ਦੇ ਨਾਲ ਛਲ ਕਰਨ ਵਾਲੇ ਵਿਅਕਤੀ ਦੇ ਦੋਵੇਂ ਜਹਾਨ ਛਲੇ ਜਾਂਦੇ ਨੇ, ਵਿਹਲਾ ਹੋ ਜਾਂਦਾ ਦੋਵਾਂ ਪਾਸਿਓਂ। ਉਹਦਾ ਲੋਕ ਵੀ ਵਿਗੜ ਜਾਂਦਾ, ਪਰਲੋਕ ਵੀ ਵਿਗੜ ਜਾਂਦਾ। ਤੇ ਜਿਸ ਮਹਾਪੁਰਸ਼ ਨੂੰ ਛਲਿਆ ਉਹਦਾ ਤਾਂ ਕੁਝ ਨਹੀਂ ਵਿਗੜਨਾ, ਉਹ ਤਾਂ ਅਸੰਗ ਹੈ। ਨਾ ਹੋਏ ਮਰਹਿ ਨਾ ਠਾਗੇ ਜਾਹੇ, ਜਿਨ ਕਾ ਰਾਮ ਵਸੈ ਮਨ ਮਾਹੇ। ਉਹ ਤਾਂ ਐਸੀ ਖੇਡ ਵਿੱਚ ਨੇ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਉਹ ਤਾਂ ਐਸੇ ਰੰਗ ਵਿੱਚ ਨੇ। ਪਰ ਜਿਹੜਾ ਧੋਖਾ ਕਰਦਾ ਕਿਸੇ ਸਤਪੁਰਸ਼ ਨਾਲ, ਬਾਣੀ ਪੜਨ ਵਾਲੇ ਗੁਰਸਿੱਖ ਨਾਲ, ਕਿਸੇ ਮਹਾਤਮਾ ਨਾਲ, ਕਿਸੇ ਸਾਧੂ ਨਾਲ ਠੱਗੀ ਕਰਦਾ, ਤਾਂ ਕਹਿੰਦੇ ਉਹਦੇ ਦੋਵੇਂ ਜਹਾਨ ਛਲੇ ਜਾਂਦੇ ਨੇ। ਉਹਦਾ ਲੋਕ ਪਰਲੋਕ ਦੋਵੇਂ ਵਿਗੜ ਜਾਂਦੇ ਹਨ। ਲੂਟ ਗਵਾਰ ਸਰਬ ਲੈ ਗਏ। ਏਦਾਂ ਇਹ ਗਵਾਰਾਂ ਦਾ ਲੋਕ ਪਰਲੋਕ ਵਿਗੜ ਗਿਆ। ਲੁੱਟ ਕੇ ਲੈ ਗਏ ਨੇ ਜਿੰਨੀਆਂ ਉੱਤੇ ਗੂਣਾ ਲੱਦੀਆਂ ਸਨ। ਨਿਸਮੈ ਨਹੀਂ ਨਿਹਾਰਤ ਭਏ। ਰਾਤ ਨੂੰ ਪਤਾ ਨਹੀਂ ਲੱਗਾ ਇਹਨਾਂ ਨੂੰ ਵੀ ਲੈ ਕੇ ਕੀ ਗਏ। ਲੈ ਤਾਂ ਗਏ ਸਨ, ਹਨੇਰਾ ਸੀ। ਹਨੇਰੇ ਵਿੱਚ ਇਹ ਨਹੀਂ ਪਤਾ ਲੱਗਾ ਵੀ ਗੂਣਾ ਵਿੱਚ ਹੈ ਕੀ। ਕਈਆਂ ਨੂੰ ਬਦਬੂ ਆਉਂਦੀ ਸੀ, ਉਹ ਕਹਿੰਦੇ ਕੋਈ ਗੂਣਾ ਵਿੱਚ, ਕਿਉਂਕਿ ਉਹ ਢੋਆ ਢੁਆਈ ਦਾ ਕੰਮ ਕਰਦੇ ਸੀ ਉਹਨਾਂ ਗੂਣਾ ਵਿੱਚ, ਕਹਿੰਦੇ ਕੋਈ ਪਹਿਲਾਂ ਚੀਜ਼ ਪਾਈ ਹੋਣੀ ਹੈ, ਉਹਦੀ ਬਦਬੂ ਆਉਂਦੀ। ਖਜ਼ਾਨੇ 'ਚ ਥੋੜੀ ਏਦਾਂ ਦੀ ਬਦਬੂ ਆਉਂਦੀ ਹੁੰਦੀ, ਕਿਉਂਕਿ ਪਤਾ ਨਹੀਂ ਸੀ ਲੱਗਦਾ, ਰਾਤ ਦਾ ਹਨੇਰਾ ਸੀ। ਉਹ ਤਾਂ ਹੁਣ ਸਵੇਰੇ ਜਦੋਂ ਦਿਨ ਚੜ੍ਹਦੇ ਆ ਖੋਲਣੀਆਂ ਸੀ, ਫਿਰ ਪਤਾ ਲੱਗਣਾ ਸੀ ਵੀ ਕੀ ਲਿਆਏ ਆ ਲੁੱਟ ਕੇ। ਤੋ ਏਦਾਂ ਰਾਤ ਨੂੰ ਸਾਰੇ ਚੁੱਕ ਕੇ ਲੈ ਆਏ, ਪਰ ਪਤਾ ਨਹੀਂ ਕਿਸੇ ਨੂੰ ਵੀ ਲਿਆਏ ਕੀ ਹਨ। ਦੋਹਰਾ ਭਏ ਪ੍ਰਭਾਤ ਬਿਲੋਕਤੇ, ਨਿਜ ਨਿਜ ਥਾਏ ਛੁਪਾਏ। ਕਹਿੰਦੇ ਜਦੋਂ ਆਪਣੀਆਂ ਰਾਤ ਨੂੰ ਗੂਣਾ ਸਾਰੀਆਂ ਇਹਨਾਂ ਨੇ ਲੁਕਾ ਲਈਆਂ, ਰਾਤ ਬੀਤ ਗਈ, ਅਗਲਾ ਦਿਨ ਚੜਿਆ, ਨਾਤੇ ਧੋਤੇ ਨਹੀਂ ਹਨ, ਦਿਨ ਚੜਿਆ ਨਾ, ਲੋ ਲੱਗੀ, ਤੇ ਫਿਰ ਆਪੋ ਆਪਣੀਆਂ ਥਾਵਾਂ ਤੇ ਜਿੱਥੇ ਛੁਪਾਈਆਂ ਸਨ ਉਹ ਗੂਣਾ, ਉਹ ਕੱਢ ਕੱਢ ਕੇ ਖੋਲਣ ਲੱਗੇ। ਤੰਬੂ ਮੈਂ ਠਾਕੁਰ ਨਿਕਟ, ਖੋਲੀ ਗੌਨ ਬਣਾਏ। ਕਈ ਪਹਾੜੀਆਂ ਨੇ ਤੰਬੂ ਦੇ ਵਿੱਚ ਉਹ ਗੂਣਾ ਉੱਥੇ ਰੱਖੀਆਂ ਸੀ ਜਿੱਥੇ ਉਹਨਾਂ ਨੇ ਨਾਲ ਠਾਕੁਰ ਰੱਖਿਆ ਹੋਇਆ ਸੀ। ਜਿਨ੍ਹਾਂ ਠਾਕੁਰਾਂ ਦੀ ਕਸਮ ਲਿਖ ਕੇ ਭੇਜੀ ਸੀ ਨਾ ਅੰਦਰ, ਉਹ ਠਾਕੁਰ ਅੰਦਰ ਪੂਜਾ ਵਾਸਤੇ ਰੱਖੇ, ਨਾਲ ਹੀ ਗੂਣਾ ਰੱਖੀਆਂ ਗੰਦ ਦੀਆਂ ਭਰੀਆਂ। ਉੱਥੇ ਹੀ ਖੋਲ ਖੋਲ ਕੇ ਵੇਖਣ ਲੱਗੇ। ਜਦੋਂ ਖੋਲ ਖੋਲ ਕੇ ਤੱਕਣ ਲੱਗੇ, ਵੇਖਣ ਲੱਗੇ, ਤੇ ਵਿੱਚੋਂ ਜੋ ਨਿਕਲਦਾ ਹੈ, ਫਿਰ ਤਾਂ ਨੱਕਾਂ ਦੇ ਉੱਤੇ ਹੱਥ ਰੱਖ ਕੇ ਤੇ ਤੋਬਾ ਤੋਬਾ ਕਰਦਿਆਂ ਬਾਹਰ ਨੂੰ ਦੌੜਿਆਂ ਜਾਂਦੇ, ਭੱਜੇ ਜਾਂਦੇ ਕਿ ਸਾਡਾ ਤਾਂ ਧਰਮ ਭ੍ਰਸ਼ਟ ਹੋ ਗਿਆ। ਉਦੋਂ ਹੁਣ ਨਹੀਂ ਧਰਮ ਭ੍ਰਸ਼ਟ ਹੋਇਆ, ਧਰਮ ਉਦੋਂ ਭ੍ਰਸ਼ਟ ਹੋ ਗਿਆ ਸੀ ਜਦੋਂ ਇਹਨਾਂ ਨੇ ਬਲਦਾਂ ਨੂੰ ਵੇਖ ਕੇ ਉਹਨਾਂ ਨੂੰ ਲੁੱਟਣ ਦੀ ਬਿਰਤੀ ਬਣਾਈ ਸੀ। ਕਸਮਾਂ ਖਾਧੀਆਂ ਸੀ, ਫਿਰ ਲੁੱਟਣ ਨੂੰ ਚੱਲੇ। ਧਰਮ ਤਾਂ ਉਦੋਂ ਹੀ ਖਤਮ ਹੋਇਆ, ਪਰ ਕਹਿੰਦੇ ਜੀ ਸਾਡਾ ਹੁਣ ਧਰਮ ਭ੍ਰਸ਼ਟ ਹੋਇਆ। ਤੋ ਇਸ ਪ੍ਰਕਾਰ ਇਹਨਾਂ ਦੀ ਦਸ਼ਾ ਜੋ ਹੋਣ ਲੱਗੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਇਆਨੰਦ ਸੁਆਮੀ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ। 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 ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਆਪੇ ਗੁਰ ਚੇਲਾ। ਆਪੇ ਗੁਰ ਚੇਲਾ। ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਆਪੇ ਗੁਰ ਚੇਲਾ। ਆਪੇ ਗੁਰ ਚੇਲਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੇ ਪੁਰਨ ਹੈ ਸਰਬ ਮੈਂ, ਸੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਕੈ ਸਦਾ ਬਿਬੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਹੈ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰੱਖੋ ਹੀਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।